भारतीय जनता पार्टी का बड़ा स्पष्ट स्टैंड है पंजाब का कि पंजाब के पानियों का पहला हक पंजाबियों का। और मैं गर्व नाल कहना कि कोई भी साडे दाग नहीं। पंजाब के पानी वास्ते पंजाब भाजपा उन्नी कमिटेड है जिन्नी शायद कोई होर पोलीटिकल पार्टी। ये मेरे स्टेट चो पानी पंजाब चों पाकिस्तान जा रहा है, उन्होंने चंगा राजस्थान चल रहा है, उन्होंने चंगा हरियाणा चल रहा है। ये तो मैं चाहांगा मेरे एसेट का इस्तेमाल कोई दूजी स्टेट कर रही है तो उसके बदले च मेरी स्टेट को पैसा मिलना चाहिए। सिख कतलो गारत दियां फाइलां जिन्होंने गुरुद्वारे साड़े, जिन्होंने जिंदा सिखा के गलियां टायर पाते, सफदरजंग थाने तो सफदरजंग कोर्ट च पहुंचने 30 साल लग गए, नहीं पहुंचे। 2014 जो प्रधानमंत्री मोदी आए उन्होंने कमीशन बनाया, आज सज्जन कुमार जेल च है। आज जगदीश ट्रैक्टर की वीडियो है, तुम देख लो, सुन लो, मैंने सरदार मारते मेरा की हो गया। वो अज भी कांग्रेस कमेटी का मैंबर है। कमलनाथ बयान दर्ज है, गुरुद्वारा एडा इतिहासक गुरुद्वारा दिल्ली का, अदालत च बयान दिता, फोटोग्राफर ने बयान दिता कि मैं फोटो खिंच रहा था, मैं जर्नलिस्ट सी, तो स्पीड जी गुरुद्वारे में साड़ रही थी, उन्होंने लीड कमलनाथ कर रहा था, उन्होंने चीफ मिनिस्टर बना दिता। 1984 होया, कड़ा बंदा सी जिन्हें दिल्ली के अंदर भी आवाज उठाई, एक आदमी सी जिहदा नाम सी अटल बिहारी वाजपेयी। लिस्ट किन्ने बनाई घायलों की, मरियां की, मिसिंग की, सदन च किन्ने पेश की, पार्लीमेंट चो रिकॉर्ड कटा के देख लो। ओनली वन मैन अटल बिहारी वाजपेयी, भारतीय जनता पार्टी। ਤੁਸੀਂ ਵੀ ਜਾਣਦੇ ਹੋ ਕਾਂਗਰਸ ਨੇ ਨਹੀਂ ਕੀਤਾ, ਲੋਕਾਂ ਨੇ ਵੀ ਉਹੀਓ ਫਤਵਾ ਦਿੱਤਾ ਕਿ ਵੀ ਇਹਨਾਂ ਨੇ ਕੰਮ ਨਹੀਂ ਕੀਤਾ, ਅਸੀਂ ਇਹਨਾਂ ਨੂੰ ਵੋਟ ਨਹੀਂ ਪਾਵਾਂਗੇ। ਤੁਸੀਂ ਕਹਿੰਦੇ ਫਿਰ ਤੁਸੀਂ ਪੂਰੀ ਕਾਂਗਰਸ ਨੂੰ ਭਾਜਪਾ 'ਚ ਕਿਉਂ ਲੈ ਰਹੇ ਹੋ? ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਸ਼ਾਮਲ ਹੋਏਗਾ, ਭਾਰਤੀ ਜਨਤਾ ਪਾਰਟੀ ਦੀ ਜ਼ੀਰੋ ਟੋਲਰੈਂਸ ਔਨ ਕਰਪਸ਼ਨ ਆਈਡੀਓਲੋਜੀ ਨੂੰ ਅਸੈਪਟ ਕਰਕੇ ਸ਼ਾਮਲ। ਜਦੋਂ ਉੱਤੇ ਨਰਿੰਦਰ ਮੋਦੀ ਦਾ ਸ਼ਾਸਨ ਹੈ, ਸਮਝ ਆਉਂਦਾ ਕਿ 2 ਰੁਪਏ ਨਾ ਖਾਊਂਗਾ ਨਾ ਖਾਣੇ ਦੂੰਗਾ, ਉੱਥੋਂ 1 ਕਰੋੜ ਹੋਵੇ ਜਾਂ 100 ਕਰੋੜ ਹੋਵੇ, ਦਿੱਲੀੋਂ ਚੱਲਦਾ ਝੌਂਪੜੀ ਤੱਕ ਪੈਸਾ ਨਹੀਂ। ਤੁਸੀਂ ਇੱਥੇ ਅਕਾਲੀ ਦਲ ਨਾਲ ਭਾਈਵਾਲੀ ਸੀ, ਠੀਕ ਹੈ, ਉਸ ਦੌਰ ਵਿੱਚ ਨਸ਼ੇ ਦਾ ਵਪਾਰ ਹੋਇਆ, ਪਠਾਨਕੋਟ ਤੋਂ ਹਮਲਾ ਹੋਇਆ, ਗੁਰੂ ਸਾਹਿਬ ਦੀ ਬੇਦਬੀ। ਮੈਂ ਕਹਿੰਦਾ ਜਿਹੜੇ ਅੱਜ ਸੱਤਾ 'ਚ ਬੈਠੇ 5 ਸਾਲ ਵਾਸਤੇ ਸਰਕਾਰ ਲੈ ਕੇ ਬੈਠੇ, ਜਾਂ ਕਾਂਗਰਸ ਨੇ ਪਹਿਲੇ 5 ਸਾਲ ਬੈਠੇ, ਕੋਈ ਕਹਿੰਦਾ ਸੀ ਮੈਂ 24 ਘੰਟੇ ਕਰ ਦਾਂਗਾ, ਕੋਈ ਕਹਿੰਦਾ ਮੈਂ 48 ਘੰਟੇ ਕਰ ਦਾਂਗਾ। ਇਹ ਆਮ ਆਦਮੀ ਪਾਰਟੀ ਨੇ ਤਾਂ 24 ਘੰਟੇ ਹੈਗੇ ਸੀ, ਤੇ ਅੱਜ ਤੇ 72 ਦਿਨ ਬੀਤ ਗਏ। ਪ੍ਰਾਈਮ ਮਿਨਿਸਟਰ ਨੇ ਗਠਬੰਧਨ ਦੀ ਸਰਕਾਰ ਹੋਣ ਦੇ ਬਾਵਜੂਦ 16 ਦਸੰਬਰ 2014 ਨੂੰ ਆਪਣੀ ਮਨ ਕੀ ਬਾਤ 'ਚ ਪੰਜਾਬ ਦੇ ਨਸ਼ਿਆਂ ਨੂੰ ਪੁਆਇੰਟ ਆਊਟ ਕੀਤਾ। ਭਗਵੰਤ ਮਾਨ ਜੀ ਸਾਹਮਣੇ ਆਓ, ਤੁਸੀਂ ਕਹੋ ਜੀ ਖਤਮ ਕਰਤਾ ਹੈ ਮਾਫੀਆਇਜ਼ਮ। 70 ਦਿਨਾਂ 'ਚ ਰੇਤ ਦਾ ਖਨਨ ਦਾ ਪੈਸਾ ਆਉਂਦਾ ਸੀ 100 ਰੁਪਇਆ, ਖਤਮ ਹੋ ਗਿਆ ਕਰਪਸ਼ਨ, ਹੁਣ 200 ਰੁਪਇਆ ਖਜ਼ਾਨੇ 'ਚ ਜਮ੍ਹਾਂ ਹੁੰਦਾ। ਕੋਈ ਐਗਜ਼ਾਮਪਲ ਤੇ ਦਿਓ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਕਿਉਂ ਨਹੀਂ ਛੱਡਿਆ ਜਾਂਦਾ? ਦੇਖੋ ਅੰਡਰ ਪ੍ਰੋਸੈਸ ਹੈ ਚੀਜ਼ਾਂ, ਪਰ ਹਰ ਸਾਲ ਉਹਨਾਂ ਦਾ ਰਿਵਿਊ ਕਿਉਂ? ਦੇਖੋ ਗੱਲ ਮੇਰੀ ਗੱਲ ਸੁਣੋ, ਇਹਦੇ ਵੱਲ ਕਦਮ ਕੌਣ ਚੱਲ ਰਿਹਾ, ਅੱਗੇ ਕੌਣ ਵੱਧ ਰਿਹਾ? ਲੋਕ ਤਾਂ ਕਹਿੰਦੇ ਕਿ ਆਪ ਭਾਜਪਾ ਦੀ ਬੀ ਟੀਮ ਹੈ ਕਿਉਂਕਿ ਤੁਸੀਂ ਕਾਂਗਰਸ ਮੁਖ ਨਾਰਾ ਦੇਣਾ ਸੀ। ਜੇ ਤੁਹਾਨੂੰ ਲੱਗਦਾ ਬੀ ਟੀਮ ਹੈ, ਛੱਡੋ ਨਾ ਬੀ ਨੂੰ, ਇਹ ਨੂੰ ਲਿਆਓ। ਜਿਹੜਾ ਅਸੀਂ 80-90 ਦੌਰ 'ਚ ਨਹੀਂ ਦੇਖ ਪਾਏ, ਉਹ ਭੈੜਾ ਸੀਨ ਇਹਨਾਂ ਅੱਖਾਂ ਨੇ ਫੇਰ ਦੇਖਿਆ 2022 'ਚ। ਸੁਰਖੀਆਂ ਬਟੋਰਨ ਵਾਸਤੇ 400 ਕਿੰਨੇ ਲੋਕਾਂ ਦੀ ਜਾਨ ਦਾਅ ਤੇ ਲਾਤੀ। ਇਹ ਕੜੀ ਰਿਪੋਰਟ ਦੇ ਆਧਾਰ ਤੇ ਤੁਸੀਂ ਇੱਕ ਪਾਸੇ ਕਾਂਗਰਸ ਦਾ ਐਮਐਲਏ ਹੈ, ਬੀਜੇਪੀ ਦਾ ਐਮਐਲਏ ਲੜਿਆ, ਔਰ ਹੀ ਖੋਲੋ ਇੱਕ ਆਮ ਆਦਮੀ ਪਾਰਟੀ ਦਾ ਹਰਿਆਣਾ ਜੀ ਸਿਆਲਾ ਇੱਕ ਘਟਨਾ ਸੀ, ਸ਼ਾਇਦ ਉਸ ਤੋਂ ਸਰਕਾਰ ਨਾ, ਹਾਈ ਕੋਰਟ ਨਾ ਝਿਜਕਦੀ, ਝਟਕਾ ਮਾਰਦੀ ਸਰਕਾਰ ਨੂੰ, ਤੇ ਸ਼ਾਇਦ ਹੋਰ ਘਟਨਾ ਵੀ ਹੁੰਦੀਆਂ। ਉਹਨਾਂ ਨੇ ਕਿਹਾ ਤੁਰੰਤ ਦਿਓ ਸਿਕਿਉਰਿਟੀ। ਪਹਿਲੀ ਗੱਲ, ਤੁਹਾਨੂੰ ਕੋਈ ਐਸਾ ਗੈਂਗਸਟਰ ਦਿਸੇ ਜੇ ਉੱਤੇ ਸੈਂਟਰ ਦਾ ਆਸ਼ੀਰਵਾਦ ਹੈ, ਮੈਂ ਦੱਸਣਾ ਉਹ ਤੁਹਾਨੂੰ ਕੋ ਮਿਸਗਾਈਡ ਕਰਦਾ ਹੋਏਗਾ। ਵੀ ਆਰ ਨੋਟ ਸਪੋਰਟਡ, ਕਿਸੇ ਗੈਂਗਸਟਰ ਛੱਡ ਕੇ ਕਿਸੇ ਕ੍ਰਿਮੀਨਲ ਅਸੀਂ ਕਿੱਧਰ ਲੈ ਜਾ ਰਹੇ ਹਾਂ? ਨਰਿੰਦਰ ਮੋਦੀ ਜੀ ਪੰਜਾਬ 'ਚ ਏਮਸ ਖੋਲ ਰਹੇ, ਹਿੰਦੁਸਤਾਨ 'ਚ 7 ਏਮਸ ਸੀ, 21 ਕਰਤੇ। IITs ਖੋਲ ਰਹੇ ਨੇ 5 ਗੁਣਾ, IIM ਖੋਲ ਰਹੇ ਨੇ 5 ਗੁਣਾ, IIITs ਖੋਲ ਰਹੇ ਨੇ। ਇਹ ਕੀ ਖੋਲ ਰਹੇ? ਮੁਹੱਲਾ ਕਲੀਨਿਕ, ਡਿਸਪਲਿਨ ਦੀ ਗੋਲੀ ਲੈ ਲਓ। ਕੋਵਿਡ ਦੀ ਮਹਾਮਾਰੀ ਆਈ ਦਿੱਲੀ 'ਚ, ਇਹ ਮੁਹੱਲਾ ਕਲੀਨਿਕ टोटल फेल हो गया। काम हॉस्पिटल ने करना, हॉस्पिटल ने करना, डिस्पेंसरी ने करना,
ਡਿਸਪੈਂਸਰੀਆਂ ਕਰਨਾ। ਅਸੀਂ ਕਹਿ ਰਹੇ ਹਾਂ 5 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਹਰ ਆਦਮੀ ਨੂੰ ਦਿਓ, ਉਹ ਜਾਏ ਕਿਸੇ ਵੀ ਵੱਡੇ ਤੋਂ ਵੱਡੇ ਹਸਪਤਾਲ 'ਚ ਇਲਾਜ ਕਰਾਏ। ਕਿਉਂ ਨਹੀਂ ਲਾਗੂ ਕਰ ਰਹੇ ਪੰਜਾਬ 'ਚ? ਕਿਉਂ ਨਹੀਂ ਕਿਤੇ ਦਿੱਲੀ 'ਚ ਲਾਗੂ? ਜਿਹੜੇ ਡਾਕਟਰ ਅਸੀਂ ਦੁਨੀਆ ਨੂੰ ਅਸੀਂ ਦਿੱਤੇ ਕਿ ਅੱਜ ਮੈਡੀਕਲ ਦੀ ਮਹੱਲਾ ਕਲੀਨਿਕ ਖੋਲ੍ਹਣ ਤੇ ਡਿਸਪੈਂਸਰੀ 'ਚੋਂ ਡਿਸਪਲਿਨ ਦੀ ਗੋਲੀ ਦੇਣਾ ਤੇ ਅਸੀਂ ਪਾਲਿਸੀ ਅਸੀਂ MOU ਸਾਈਨ ਕਰਤਾ ਦਿੱਲੀ ਦੀ ਸਰਕਾਰ। ਅੱਜ ਜਿਸ ਦੌਰ ਤੋਂ ਪੰਜਾਬ ਲੰਘ ਰਿਹਾ ਹੈ, ਬੜਾ ਹੀ ਮਹੀਨਾ ਇਹ ਬੜਾ ਔਖਾ ਹੁੰਦਾ ਹੈ ਕਿਉਂਕਿ ਪੁਰਾਣੀਆਂ ਯਾਦਾਂ ਹੁੰਦੀਆਂ ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਵਿੱਚ ਬਣੇ ਹੋਏ ਨੇ, ਸਭ ਦਾ ਮਨ ਭਾਰੀ ਹੈ। ਇਹਨਾਂ ਹਾਲਾਤਾਂ ਵਿੱਚ ਅੱਗੇ ਦੀ ਦਿਸ਼ਾ ਵੀ ਦੇਖਣੀ ਹੈਗੀ ਹੈ ਔਰ ਜਦ ਦਰਦ ਵੀ ਸਾਹਮਣਾ ਹੈ। ਤੇ ਇਸ ਬਾਰੇ ਅਸੀਂ ਚਰਚਾ ਕਰਨ ਲਈ ਬੈਠੇ ਹਾਂ ਤਰੁਣ ਚੁੱਗ ਜੀ ਨਾਲ, BJP ਦੇ ਜਨਰਲ ਸਕੱਤਰ। ਸਰ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਬੁਲਾਇਆ। ਤੁਸੀਂ ਅੱਜ ਦੀ ਸਥਿਤੀ ਵਿੱਚ ਅਸੀਂ ਬੜੇ ਦੁੱਖ ਵੀ ਭਰਿਆ ਹੋਇਆ, ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਂਦੀਆਂ ਕਿਉਂਕਿ ਸਾਨੂੰ ਕਿੱਥੇ 84 ਯਾਦ ਆ ਜਾਂਦੀ ਹੈ, ਨੌਜਵਾਨ ਜੋ ਉਸ ਵਕਤ ਮਾਰੇ ਗਏ ਸੀ ਉਹ ਯਾਦ ਆ ਜਾਂਦੇ, ਜੋ ਸਿੱਧੂ ਮੂਸੇਵਾਲੇ ਨੌਜਵਾਨ ਦੀ ਇੱਕ ਦਰਦਨਾਕ ਮੌਤ ਹੁੰਦੀ ਹੈ, ਪੁਰਾਣੀਆਂ ਯਾਦਾਂ ਸਾਨੂੰ ਖਿੱਚਦੀਆਂ ਹੈ। ਪਰ ਅੱਜ ਕਿੱਥੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਿਆਸਤ ਕੀ ਇਸ ਨੂੰ ਇਸਤੇਮਾਲ ਕਰ ਰਹੀ ਹੈ। ਐਸਾ ਕਿ ਦਰਦ ਇੱਕ ਐਸੀ ਚੀਜ਼ ਹੈ ਜਿਹੜੀ ਮਾਈਂਡ ਦੇ ਅੰਦਰ ਬੈਠ ਜਾਂਦੀ, ਔਰ ਕਈ ਵਿਗਿਆਨਿਕਾਂ ਦਾ ਕਹਿਣਾ ਹੈ, ਮਨੋਵਿਗਿਆਨਿਕਾਂ ਦਾ ਕਹਿਣਾ ਕਿ ਦਰਦ ਜਿਹੜਾ ਹੈ ਔਰ ਖੁਸ਼ੀ ਰੂਹ 'ਚ ਬਹਿ ਜਾਂਦੀ। ਬੱਚਾ ਜਦੋਂ ਪਹਿਲੀ ਵਾਰੀ ਉਹਦੇ ਮੂੰਹ 'ਚ ਸ਼ਹਿਦ ਦਾ ਦਾਣਾ ਲਾਉਂਦੇ ਆ ਚਮਚੇ ਦੇ ਨਾਲ, ਤੇ ਉਹ ਚਟਕਾਰੇ ਮਾਰਦਾ, ਇਹਦਾ ਮਤਲਬ ਸ਼ਹਿਦ ਦਾ ਕਿਹੜੇ ਟੇਸਟ ਉਹਨੇ ਲਿੱਤਾ ਤੇ ਹਲਕਾ ਜਿਹਾ ਉਹਨੂੰ ਹਲਾਈਏ ਤਾਂ ਡਰ ਜਾਂਦਾ, ਇਹਦਾ ਮਤਲਬ ਕਿਰੇ ਨਾ ਕਿਰੇ ਉਹਨੇ ਡਰ ਸਿਆ ਹੋਇਆ। ਲੇਕਿਨ ਅਸੀਂ 84 ਤੋਂ ਸਿੱਖੇ ਘੱਟ। 84 ਤੋਂ ਸਿੱਖਣਾ ਪਏਗਾ ਕਿ ਪੰਜਾਬ ਪਿਛਲੇ ਲਗਭਗ 4 ਦਸ਼ਕਾਂ ਤੋਂ ਉਹਦੀ ਤਰੱਕੀ ਰੁਕੀ ਹੋਈ ਹੈ। ਪੰਜਾਬ ਅੱਗੇ ਵਧਣਾ ਪਏਗਾ, ਔਰ ਜਦੋਂ ਪੂਰੇ ਹੱਥ ਖੋਲ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਰਹੇ ਕਿ ਮੈਂ ਪੰਜਾਬ ਵਾਸਤੇ ਕਮਿਟਿਡ ਹਾਂ, ਸਟੈਂਡ ਬਾਈ ਕਰਨਾ, ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਪੰਜਾਬੀਆਂ ਵਾਸਤੇ ਕੰਮ ਕਰਨਾ, ਗੁਰੂ ਘਰਾਂ ਵਾਸਤੇ ਕੰਮ ਕਰਨਾ, ਤੇ ਸਾਨੂੰ ਪੰਜਾਬੀਆਂ ਨੂੰ ਵੀ ਖੱਲਾ ਮਾਰ ਕੇ ਪ੍ਰਧਾਨ ਮੰਤਰੀ ਮੋਦੀ ਤੇ ਵਿਸ਼ਵਾਸ ਕਰਕੇ ਇੱਕ ਸੁਨਹਿਰਾ ਪੰਜਾਬ, ਮੇਰਾ ਉਹ ਪੰਜਾਬ, ਖੁਸ਼ਹਾਲ ਪੰਜਾਬ, ਮੇਰਾ ਉਹ ਪੰਜਾਬ, ਜਿਹਦੇ ਗੀਤ ਪੂਰੇ ਵਰਲਡ 'ਚ ਗਾਏ ਜਾਂਦੇ ਸੀ, ਜਿਹਦੇ ਸ਼ੌਰੇ ਦੀ ਗਾਥਾ, ਵੀਰਤਾ ਦੀ ਗਾਥਾ, ਜਿਹਦੇ ਗੱਭਰੂਆਂ ਦੀ ਛਾਤੀ ਪੂਰੀ ਦੁਨੀਆ ਉਹਨੂੰ ਐਗਜ਼ਾਮਪਲਾਂ ਪੇਸ਼ ਕਰਦੀ ਸੀ, ਜਿਹੜਾ ਮੇਰੀ ਗੁੱਡੀਆਂ ਦਾ ਗਿੱਧਾ ਪੂਰੀ ਦੁਨੀਆ ਔਰ ਗਿੱਧੇ ਦੀਆਂ ਜੰਪਾਂ ਔਰ ਗਿੱਧੇ ਦੀਆਂ ਬੋਲੀਆਂ ਨੂੰ ਯਾਦ ਕਰਦੀ ਸੀ। ਉਹ ਖੁਸ਼ਹਾਲ ਪੰਜਾਬ ਦੁਬਾਰਾ ਬਣੇ, ਔਰ ਇਹ ਸਾਨੂੰ ਸਭ ਨੂੰ ਇੱਕ ਵੱਡਾ ਸਟੈਪ ਚੁੱਕਣਾ ਪਏਗਾ। ਤੁਸੀਂ ਬੜਾ ਵਧੀਆ ਵਰਡ ਇਸਤੇਮਾਲ ਕੀਤਾ, ਵਿਸ਼ਵਾਸ। ਮੈਂ ਅੱਜ ਇਹ ਮੰਨਦੀ ਹਾਂ ਕਿ ਪੰਜਾਬ ਦਾ ਖਾਸ ਕਰਕੇ ਕੇਂਦਰ ਨਾਲ ਐਸਾ ਰਿਸ਼ਤਾ ਬਣ ਗਿਆ ਕਿ ਵਿਸ਼ਵਾਸ ਕਰਨਾ ਬੜਾ ਔਖਾ ਹੈ ਕਿ ਕੇਂਦਰ ਪੰਜਾਬ ਦੇ ਹੱਕ ਵਿੱਚ ਆਉਣਾ ਚਾਹੁੰਦਾ ਹੈਗਾ। ਇੱਥੇ ਮੈਂ ਗੁਰੂ ਗੁਲਬਾਕਰ ਦੀ ਜੋ ਪੁਰਾਣੇ ਜਦ ਪੰਜਾਬ ਆਏ ਸੀ, ਜਦ ਪੰਜਾਬੀ ਸੂਬੇ ਦੀ ਗੱਲ ਚੱਲ ਰਹੀ ਸੀ, ਉਹਨਾਂ ਨੇ ਜਨਸੰਘ ਨੂੰ ਵੀ ਕਿਹਾ ਸੀ ਕਿ ਤੁਸੀਂ ਪੰਜਾਬੀ ਅਪਣਾਓ, ਕਿ ਇੱਥੇ ਤੁਸੀਂ ਤੁਹਾਡੇ ਤੋਂ ਚੂਕ ਹੋਈ, ਤੁਸੀਂ ਉਹਨੂੰ ਨਹੀਂ ਅਪਣਾ ਪਾਏ, ਉਹ ਵੱਡਾ ਪੰਜਾਬ ਨਹੀਂ ਬਣ ਰਹਿ ਪਾਇਆ, ਟੁੱਟ ਗਿਆ। ਤੇ ਵਿਸ਼ਵਾਸ ਜੋ ਟੁੱਟਿਆ ਹੈ ਉਹਨਾਂ ਚੀਜ਼ਾਂ ਤੋਂ ਵੀ ਟੁੱਟਿਆ ਹੈ। ਐਸਾ ਹੈ ਕਿ RSS ਦੇ ਸੈਕੰਡ ਚੀਫ ਪਰਮ ਪੂਜਯ ਗੁਰੂ ਗੋਲਵਰਕਰ ਜੀ ਪੰਜਾਬ 'ਚ ਆਏ ਸੀ, ਔਰ ਉਹਨਾਂ ਨੇ ਬੜਾ ਸਪਸ਼ਟ ਲਾਈਨ RSS ਦੀ ਦਿੱਤੀ ਸੀ ਕਿ ਪੰਜਾਬੀਆਂ ਦੀ ਭਾਸ਼ਾ ਪੰਜਾਬੀ ਹੈ, ਪੰਜਾਬ ਦੇ ਰਹਿਣ ਵਾਲੇ ਲੋਕਾਂ ਦੀ ਮਾਤਰ ਭਾਸ਼ਾ ਪੰਜਾਬੀ ਹੈ। ਔਰ ਮੈਨੂੰ ਗਰਵ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਗੱਲ ਨੂੰ ਓਨਰ ਦੇ ਨਾਲ ਕਮਿਟ ਕਰਦੀ ਹੈ ਕਿ ਸਾਡੀ ਪੰਜਾਬੀ ਸਾਡੀ ਮਾਤਰ ਭਾਸ਼ਾ, ਔਰ ਪੰਜਾਬੀ ਸਾਡੀ ਅੱਗੇ ਵਧਣ ਵਾਸਤੇ ਪੰਜਾਬੀਆਂ ਨੂੰ ਸਭ ਨਾਲੋਂ ਜ਼ਰੂਰੀ ਭਾਸ਼ਾ, ਔਰ ਉਨੀ ਉਹ ਭਾਸ਼ਾ ਮੇਰੀ ਪੰਜਾਬੀ ਜਿੰਨੀ ਕਿਸੇ ਹੋਰ ਦੀ। ਔਰ ਤੁਸੀਂ ਦੇਖੋ ਭਾਰਤੀ ਜਨਤਾ ਪਾਰਟੀ ਦਾ ਸਾਰਾ ਕੰਮ ਪੰਜਾਬੀ 'ਚ ਹੁੰਦਾ, ਔਰ ਸਾਨੂੰ ਗਰਵ ਹੈ ਕਿ ਨਾਰਦਰਨ ਇੰਡੀਆ ਦੇ ਅੰਦਰ ਪੰਜਾਬੀ ਦੇ ਵਿਕਾਸ ਵਾਸਤੇ ਜੋ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ, ਕਿਸੇ ਨੇ ਨਹੀਂ ਕੀਤਾ। ਤੁਸੀਂ ਅੱਜ ਦਿੱਲੀ ਜਾਓ, ਦਿੱਲੀ ਦੇ ਅੰਦਰ ਕਿਸੇ ਚੁਰਾਹੇ ਦੇ ਅੰਦਰ ਤੁਸੀਂ ਲਿਖਿਆ ਸਾਈਨ ਬੋਰਡ ਦੇਖੋਗੇ ਤੇ ਉੱਥੇ ਪੰਜਾਬੀ ਲਿਖੀ ਹੋਏਗੀ। ਉਹ ਪੰਜਾਬੀ ਭਾਰਤੀ ਜਨਤਾ ਪਾਰਟੀ ਦੀ ਜਦੋਂ ਮਦਨ ਲਾਲ ਖੁਰਾਨਾ ਦੀ ਸਰਕਾਰ ਦਿੱਲੀ 'ਚ ਬਣੀ ਸੀ, ਅਸੀਂ ਉਦੋਂ ਫੈਸਲਾ ਲਿੱਤਾ ਸੀ ਦੇਸ਼ ਦੀ ਆਜ਼ਾਦੀ ਦੇ 50 ਸਾਲ ਬਾਅਦ, ਅੰਦਾਜ਼ਾ 46-47 ਸਾਲ ਬਾਅਦ। ਕਿੰਨੇ ਕੀਤਾ?
ਭਾਰਤੀ ਜਨਤਾ ਪਾਰਟੀ ਨੇ। ਹਰਿਆਣੇ 'ਚ ਕਿਹਨੇ ਕੀਤਾ? ਭਾਰਤੀ ਜਨਤਾ ਪਾਰਟੀ ਨੇ ਕੀਤਾ। ਔਰ ਪੰਜਾਬੀ ਸਾਡੀ ਵੀਰਤਾ ਦੀ ਭਾਸ਼ਾ ਹੈ, ਇਹ ਮਿੱਠੀ ਭਾਸ਼ਾ ਹੈ, ਸਪਸ਼ਟ ਭਾਸ਼ਾ ਹੈ। ਔਰ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਬੜਾ ਸਪਸ਼ਟ ਹੈ ਕਿ ਸਾਨੂੰ ਪ੍ਰਾਊਡ ਹੈ ਬੀਇੰਗ ਏ ਪੰਜਾਬੀ ਔਰ ਬੀਇੰਗ ਏ ਪੰਜਾਬੀ ਲੈਂਗੁਏਜ। ਪੰਜਾਬੀ ਤੁਸੀਂ ਕਹਿੰਦੇ ਹੋ ਕਿ ਇੰਨਾ ਕੰਮ ਕੀਤਾ ਜਾ ਰਿਹਾ, ਸਾਈਨ ਬੋਰਡ ਲੈ, ਪਰ ਜਿਹੜੀ ਪੰਜਾਬੀ ਅੱਜ ਅਸੀਂ ਮੰਨਦੇ ਹਾਂ ਕਿ ਭਾਸ਼ਾ ਕਮਜ਼ੋਰ ਹੋ ਗਈ, ਨੂੰ ਸਿਰਫ ਸਿੱਖਾਂ ਦੀ ਭਾਸ਼ਾ ਮੰਨਿਆ ਜਾਂਦਾ ਹੈਗਾ। ਹੁਣ ਧਰਮ ਦੇ ਜਿਹੜੀ ਵੰਡ ਹੈ ਉਹ ਭਾਸ਼ਾ ਵਿੱਚ ਵੀ ਆ ਗਈ ਵੀ ਹਿੰਦੂ ਹਿੰਦੀ ਬੋਲੇਗਾ ਤੇ ਮੁਸਲਮਾਨ ਉਰਦੂ ਬੋਲੇਗਾ ਤੇ ਸਿੱਖ ਪੰਜਾਬੀ ਬੋਲੇਗਾ। ਜਿੰਨਾ ਤੁਸੀਂ ਕਹਿੰਦੇ ਹੋ ਕਿ ਉਹ ਆਮ ਲੋਕਾਂ ਵਿੱਚ ਹਰਿਆਣਾ ਵਿੱਚ ਜਾਂ ਹਿਮਾਚਲ ਵਿੱਚ ਪੰਜਾਬੀ ਵਾਸਤੇ ਪਿਆਰ ਰਿਹਾ, ਕਿਉਂਕਿ ਜੇ ਅਸੀਂ ਸਾਰੇ ਇਕੱਠੇ ਰਹਿੰਦੇ ਤਾਂ ਉਹ ਪੰਜਾਬੀ ਦਾ ਜੋ ਮਾਂ ਬੋਲੀ ਦਾ ਜੋ ਸਤਿਕਾਰ ਸੀ ਉਹ ਮਿਲ ਪਾਇਆ ਉਹਨੂੰ। ਦੇਖੋ ਗੱਲ ਸਾਨੂੰ ਸਮਝਣੀ ਪਏਗੀ, ਪੰਜਾਬੀ ਦਾ ਹਿੰਦੀ ਨਾਲ ਮੁਕਾਬਲਾ ਨਹੀਂ ਹੈਗਾ। ਜਿਸ ਤਰ੍ਹਾਂ ਗੁਜਰਾਤ 'ਚ ਰਹਿਣ ਵਾਲੇ ਆਦਮੀ ਦੀ ਭਾਸ਼ਾ ਗੁਜਰਾਤੀ ਹੈ, ਬਿਹਾਰ 'ਚ ਰਹਿਣ ਵਾਲਾ ਮੈਥਿਲੀ ਬੋਲਦਾ, ਤੇਲੰਗਾਨਾ 'ਚ ਰਹਿਣ ਵਾਲਾ ਤੇਲਗੂ ਬੋਲਦਾ, ਤਾਮਿਲਨਾਡੂ 'ਚ ਰਹਿਣ ਵਾਲਾ ਤਮਿਲ ਬੋਲਦਾ। ਉਸ ਤਰ੍ਹਾਂ ਹੀ ਪੰਜਾਬ 'ਚ ਰਹਿਣ ਵਾਲੇ ਦੀ ਭਾਸ਼ਾ ਪੰਜਾਬੀ ਹੈ। ਔਰ ਪੰਜਾਬੀ ਬਹੁਤ ਇਹਨੂੰ ਇੱਕ ਕੋਟ ਕੀਤਾ ਜਾਂਦਾ ਕਿਸੇ ਖਾਸ ਵਰਗ ਵਾਸਤੇ ਹੀ ਹੈ ਜਾਂ ਕਿਸੇ ਖਾਸ ਵਰਗ ਦੇ ਖਿਲਾਫ ਹੈ। ਅੱਜ ਜਿਹੜਾ ਪਾਕਿਸਤਾਨ 'ਚ ਪੰਜਾਬ ਹੈ ਉਹ ਲਿਖਦੇ ਉਰਦੂ ਨੇ, ਬੋਲਦੇ ਪੰਜਾਬੀ ਨੇ। ਪੰਜਾਬੀ ਸਾਡੀ ਇਸ ਧਰਤੀ ਦੀ ਭਾਸ਼ਾ ਹੈ, ਸਾਡੇ ਦਿਲ ਦੀ ਭਾਸ਼ਾ ਹੈ, ਮੇਰੀ ਮਾਂ ਬੋਲੀ ਹੈ ਪੰਜਾਬੀ। ਇਹਦਾ ਮੁਕਾਬਲਾ ਜਦੋਂ ਵੀ ਹੋਣਾ ਹੈ ਤੇ ਉੱਥੋਂ ਦੀ ਸਟੇਟ ਲੈਂਗੁਏਜ ਨਾਲ ਕਰਨਾ। ਇੱਕ ਲੈਂਗੁਏਜ ਹੁੰਦੀ ਜਿਹੜੀ ਸਾਰੀਆਂ ਸਟੇਟਾਂ ਨੂੰ ਕਨੈਕਟ ਕਰਦੀ, ਉਹ ਸਾਡਾ ਕੋਈ ਮੁਕਾਬਲਾ ਪੰਜਾਬੀ ਬੀਇੰਗ ਹੈ ਪੰਜਾਬੀ। ਮੇਰਾ ਮੁਕਾਬਲਾ ਜਿਸ ਦਿਨ ਲੈਂਗੁਏਜ ਵਾਈਜ਼ ਗੱਲ ਆਏਗੀ ਤੇ ਦੂਜੀ ਸਟੇਟ ਦੀ ਲੈਂਗੁਏਜ ਨਾਲ ਹੈ। ਇਸ ਪਿੱਛੇ ਜਿਹੜੇ ਭੁਲੇਖੇ ਪਾਏ ਗਏ ਕਿ ਵੀ ਭੁਲੇਖੇ ਉਹ ਪਾ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਮੈਂ ਮੰਨਣਾ ਤਾੜੀ ਹੱਥ ਨਾਲ ਨਹੀਂ ਵੱਜਦੀ, ਲੇਕਿਨ ਸਮਝਦਾਰਾਂ ਨੂੰ ਬਚਾਉਣਾ ਪਏਗਾ। ਅਸੀਂ ਜਿਹੜੇ ਲੋਕ ਲੀਡ ਕਰਨ ਵਾਲੇ ਆ, ਕਾਈਂਡਲੀ ਸਾਨੂੰ ਲੋਕਾਂ ਨੂੰ ਸਪਸ਼ਟਤਾ ਹੋਣੀ ਚਾਹੀਦੀ ਹੈ ਕਿ ਸਾਡੀ ਭਾਸ਼ਾ। ਔਰ ਅੱਜ ਭਾਰਤੀ ਜਨਤਾ ਪਾਰਟੀ ਦਾ ਪਿੰਡ 'ਚ ਬੈਠਾ ਕਾਰਕੁਨ ਹੋਵੇ, ਗਲੀ 'ਚ ਬੈਠਾ ਕਾਰਕੁਨ ਹੋਵੇ ਜਾਂ ਦਿੱਲੀ ਦਰਬਾਰ 'ਚ ਬੈਠਾ ਕਾਰਕੁਨ ਹੋਵੇ, ਮੈਂ ਅੱਜ ਹਿੰਦੁਸਤਾਨ ਦੀ ਪਾਰਟੀ ਦਾ ਜਨਰਲ ਸੈਕਟਰੀ ਹਾਂ, ਜਿਹੜੇ ਪਹਿਲੇ 8 ਲੋਕਾਂ 'ਚ ਇੱਕ ਹਾਂ। ਤੇ ਮੈਨੂੰ ਗਰਵ ਹੈ ਕਿ ਮੈਂ ਠੀਕ ਹੈ ਦਿੱਲੀ 'ਚ ਬੈਠਾ, ਨੈਸ਼ਨਲ ਪੋਲੀਟਿਕਸ 'ਚ ਹੈਗਾ, ਲੇਕਿਨ ਮੇਰੀ ਮਾਂ ਬੋਲੀ ਪੰਜਾਬੀ ਹੈ। ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮਾਂ ਬੋਲੀ ਗੁਜਰਾਤੀ ਹੈ, ਹਿੰਦੁਸਤਾਨ ਦੇ ਰਕਸ਼ਾ ਮੰਤਰੀ ਦੀ ਮਾਂ ਬੋਲੀ ਤਮਿਲ ਹੋ ਸਕਦੀ ਹੈ, ਲੇਕਿਨ ਮੇਰੀ ਅਨੁਰਾਗ ਠਾਕੁਰ ਜੀ ਦੀ ਮਾਂ ਬੋਲੀ ਪਹਾੜੀ ਹੋ ਸਕਦੀ ਹੈ, ਲੇਕਿਨ ਮੇਰੀ ਮਾਂ ਬੋਲੀ ਪੰਜਾਬੀ। ਉਨੀ ਉਹ ਪ੍ਰਾਊਡ ਹੈ ਮੈਨੂੰ, ਜਿੰਨਾ ਕਿ ਕਿਸੇ ਹੋਰ ਸਟੇਟ ਨੂੰ ਰਿਪਰੈਜ਼ੈਂਟ ਕਰਨ ਵਾਲਿਆਂ ਨੂੰ ਪ੍ਰਾਊਡ ਹੈ। ਲੇਕਿਨ ਪੂਰੇ ਦੇਸ਼ ਨੂੰ ਬੰਨਣ ਵਾਲੀ ਭਾਸ਼ਾ ਜਿਹੜੀ ਹੈ ਉਹ ਹਿੰਦੀ ਹੈ। ਦੂਜੇ ਜਿਹੜੇ ਮੁੱਦੇ ਤੇ ਆਉਂਦੇ ਆ, ਹਿੰਦੀ ਲਈ ਸਤਿਕਾਰ ਹੈਗਾ, ਅਸੀਂ ਤਾਂ ਹਿੰਦੀ ਅੰਤਰਰਾਸ਼ਟਰੀ ਲੈਂਗੁਏਜ, ਇੰਗਲਿਸ਼ ਸਭ ਮਤਲਬ ਭਾਸ਼ਾਵਾਂ, ਬਟ ਇਹ ਨਹੀਂ ਕਹਿੰਦੇ ਬਾਕੀ ਜਿਹੜੇ ਮੁੱਦੇ ਹੈ ਜਿੱਤੋਂ ਅਸੀਂ ਨਹੀਂ, ਮੈਂ ਤੁਹਾਡੇ ਨਾਲ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ। ਅੰਤਰਰਾਸ਼ਟਰੀ ਭਾਸ਼ਾ, ਹਾਂ ਦੇਖੋ, ਅੰਗਰੇਜ਼ੀ ਅਸੀਂ ਇਸ ਪਿੱਛੇ ਨਹੀਂ ਬੋਲਦੇ ਕਿ ਇੰਟਰਨੈਸ਼ਨਲ ਲੈਂਗੁਏਜ ਹੈ। ਜੈਪਨੀਜ਼ ਕਿਉਂ ਨਹੀਂ ਬੋਲਦੇ, ਚਾਈਨੀਜ਼ ਕਿਉਂ ਨਹੀਂ ਬੋਲਦੇ? ਇੰਗਲਿਸ਼ ਅਸੀਂ ਇਸ ਵਿੱਚ ਬੋਲਦੇ ਹਾਂ ਕਿ ਸਾਡੇ ਤੇ 250 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ। ਇਹ ਰਾਜ ਕਰਨ ਵਾਲੇ ਦੀ ਭਾਸ਼ਾ, ਉਹ ਸਾਡੀ ਨਾ ਮਾਂ ਬੋਲੀ ਹੈ, ਨਾ ਸੰਪਰਕ ਭਾਸ਼ਾ ਹੈ, ਨਾ ਉਹ ਸਟੇਟ ਭਾਸ਼ਾ, ਨਾ ਸੈਂਟਰ ਭਾਸ਼ਾ। ਉਹ ਗੁਲਾਮੀ ਦੀ ਯਾਦ ਕਰਾਉਣ ਵਾਲੀ ਭਾਸ਼ਾ। ਠੀਕ ਹੈ, ਅੱਜ ਵੀ ਬੋਲਨੇ, ਬੋਲਦੇ ਲੋੜ ਹੈ ਤਾਂ ਬੋਲਾਂਗੇ ਵੀ, ਲੇਕਿਨ ਅੱਜ ਅਗਰ ਜੋ ਚੀਜ਼ ਮੈਨੂੰ ਪੰਜਾਬੀ 'ਚ ਸਾਇੰਸ ਸਮਝ ਆ ਸਕਦੀ, ਜੋ ਇਤਿਹਾਸ ਮੈਨੂੰ ਪੰਜਾਬੀ 'ਚ ਸਮਝ ਆ ਸਕਦਾ, ਜੋ ਅੱਜ ਮੋਦੀ ਜੀ ਨੇ ਕੀਤਾ। ਉਹਨਾਂ ਨੇ ਕਿਹਾ ਕਿ ਲੋਕਲ ਭਾਸ਼ਾ, ਮਾਂ ਬੋਲੀ 'ਚ ਉਹਨਾਂ ਨੂੰ ਡਾਕਟਰੀ ਕਰਾਓ, ਮਾਂ ਬੋਲੀ 'ਚ ਉਹਨੂੰ IAS ਬਣਨ ਦਾ ਮੌਕਾ ਦਿਓ। ਜਿਹੜੀ ਨਵੀਂ ਸਿੱਖਿਆ ਨੀਤੀ ਆਈ ਉਹਦਾ ਬੇਸ ਹੀ ਮਾਂ ਬੋਲੀ ਹੈ। ਔਰ ਬਹੁਤ ਵੱਡਾ ਕੰਮ ਪੰਜਾਬ 'ਚ ਉਸ ਮਾਂ ਬੋਲੀ ਦੇ ਨਾਂ ਤੇ ਹੋਣਾ ਹੈ। ਆਉਣ ਵਾਲੇ ਟਾਈਮ 'ਚ ਸਿੱਖਿਆ ਨੀਤੀ 'ਚ ਬਹੁਤ ਵੱਡਾ ਪਰਿਵਰਤਨ ਆ ਰਿਹਾ। ਧੀਰੇ ਸਾਰੀ ਮਾਂ ਬੋਲੀ ਦੇ ਉੱਤੇ ਚੀਜ਼ਾਂ ਆ ਰਹੀਆਂ, ਲੇਕਿਨ ਇਹ ਸਾਨੂੰ ਸਮਝਣਾ ਪਏਗਾ ਮਾਂ ਬੋਲੀ ਤੇ ਸੰਪਰਕ ਭਾਸ਼ਾ ਔਰ ਗੁਲਾਮੀ ਦੀ ਭਾਸ਼ਾ। ਠੀਕ ਹੈ, ਲੋੜੀ ਹੈ, ਲੋੜ ਪਈ, ਬੋਲੀ ਵੀ ਹੈ, ਬੋਲਨੇ ਵੀ ਪਏ ਆ, ਲੇਕਿਨ ਉਹ ਮੈਂ ਇਸ ਪਿੱਛੇ ਬੋਲਣਾ ਕਿਉਂਕਿ ਅੰਗਰੇਜ਼ ਨੇ ਮੇਰੇ ਤੇ ਰਾਜ ਕੀਤਾ ਸੀ ਔਰ ਉਹ ਰਾਜ ਭਾਸ਼ਾ ਬੋਲੀ ਗਈ। ਤਰੁਣ ਜੀ, ਜਿਹੜੇ ਮੁੱਦੇ ਸਾਨੂੰ ਜਿਸ ਕਾਰਨ ਪੰਜਾਬ ਨੇ ਕਾਲਾ ਦੌਰ ਦੇਖਿਆ, ਉਹ ਮੁੱਦੇ 'ਚ ਤੁਸੀਂ ਕਹਿੰਦੇ ਹੋ ਕਿ ਹਾਂ ਅੱਜ ਪ੍ਰਧਾਨ ਮੰਤਰੀ ਕਹਿੰਦੇ ਕਿ ਮੈਂ ਪੰਜਾਬ ਨੂੰ ਖੁਸ਼ਹਾਲ ਦੇਖਣਾ ਚਾਹੁੰਦਾ, ਉਹ ਮੁੱਦਿਆਂ ਵਿੱਚ ਪੰਜਾਬ ਦੇ ਪਾਣੀ ਦੀ ਗੱਲ ਸੀ, ਪੰਜਾਬ ਦੀ ਰਾਜਧਾਨੀ ਦੀ ਗੱਲ ਸੀ, ਉਹਨਾਂ ਦਾ ਕੁਝ ਰਸਤਾ ਤੁਸੀਂ ਸੋਚ ਰਹੇ ਹੋ? ਤੁਸੀਂ ਐਸਾ ਕਿ ਭਾਰਤੀ ਜਨਤਾ ਪਾਰਟੀ ਦਾ ਬੜਾ ਸਪਸ਼ਟ ਸਟੈਂਡ ਹੈ ਪੰਜਾਬ ਦਾ
ਕਿ ਪੰਜਾਬ ਦੇ ਪਾਣੀਆਂ ਦਾ ਪਹਿਲਾ ਹੱਕ ਪੰਜਾਬੀਆਂ ਦਾ। ਔਰ ਮੈਂ ਗਰਵ ਨਾਲ ਕਹਿਣਾ ਕਿ ਕੋਈ ਵੀ ਸਾਡੇ ਤੇ ਦਾਗ ਨਹੀਂ। ਪੰਜਾਬ ਦੇ ਪਾਣੀ ਵਾਸਤੇ ਪੰਜਾਬ ਭਾਜਪਾ ਉਨੀ ਕਮਿਟਿਡ ਹੈ ਜਿੰਨੀ ਸ਼ਾਇਦ ਕੋਈ ਹੋਰ ਪੋਲੀਟੀਕਲ ਪਾਰਟੀ ਹੋਈ। ਇਹ ਜਦ ਹਰਿਆਣਾ ਦੀ ਗੱਲ ਆਉਂਦੀ ਹੈ, ਪੰਜਾਬ ਦੀ ਗੱਲ ਆਉਂਦੀ ਹੈ, ਇਹ ਦੋਨਾਂ ਨੂੰ ਕਿੱਦਾਂ ਸੋਲਵ ਕਰੋਗੇ? ਇਸ ਤਰ੍ਹਾਂ ਕਿ ਇਹਦੇ ਐਸੇ ਜਦੋਂ ਡਿਸਪਿਊਟਸ ਕ੍ਰੀਏਟ ਹੁੰਦੇ ਨੇ ਉਹਦੇ ਐਸੇ ਡਿਸਪਿਊਟ ਸੈਟਲਮੈਂਟਸ ਵੀ ਨੇ। ਉਹ ਡਿਸਪਿਊਟ ਸੈਟਲਮੈਂਟ ਹੋਏ, ਮੈਂ ਕਹਿੰਦਾ ਜੇ ਮੰਨ ਲਓ ਸਾਡੇ ਕੋਲ ਵੱਧ ਪਾਣੀ ਹੋਊਗਾ ਤਾਂ ਕੋਈ ਲੈ ਕੇ ਅਸੀਂ ਨਾਲੇ 'ਚ ਰੋੜਨ ਨਾਲੋਂ, ਨਦੀ 'ਚ ਰੋੜਨ ਨਾਲੋਂ ਕਿਸੇ ਦੇ ਖੇਤ 'ਚ ਜਾਵੇ, ਮੈਂ ਨਹੀਂ ਮੰਨਦਾ ਉਹ 'ਚ ਗਲਤ ਹੈ। ਬਿਲਕੁਲ, ਪਰ ਅੱਜ ਵੱਧ ਨਹੀਂ ਹੈ। ਮੈਂ ਇਹ ਕਹਿੰਦਾ ਜੇ ਵੱਧ ਹੋਊ ਤਾਂ ਲੈਣ। ਔਰ ਐਸੇ ਸਟੱਡੀ ਹੋਣੀ ਚਾਹੀਦੀ। ਕਿਸੇ ਟਾਈਮ 'ਚ ਵੱਧ ਸੀ, ਲੇਕਿਨ ਜੇ ਮੇਰੇ ਸਟੇਟ 'ਚੋਂ ਪਾਣੀ ਪੰਜਾਬ 'ਚੋਂ ਪਾਕਿਸਤਾਨ ਜਾ ਰਿਹਾ, ਉਹਨਾਂ ਨੂੰ ਚੰਗਾ ਰਾਜਸਥਾਨ ਚਲ ਜਾਏ, ਉਹਨਾਂ ਨਾਲ ਚੰਗਾ ਹਰਿਆਣਾ ਚਲ ਜਾਏ, ਇਹ ਤਾਂ ਮੈਂ ਚਾਹਾਂਗਾ ਹੀ। ਲੇਕਿਨ ਜੇ ਮੇਰੇ ਐਸਿਡ ਦਾ ਇਸਤੇਮਾਲ ਕੋਈ ਦੂਜੀ ਸਟੇਟ ਕਰਦੀ ਹੈ ਤਾਂ ਉਹਦੇ ਬਦਲੇ 'ਚ ਮੇਰੀ ਸਟੇਟ ਨੂੰ ਪੈਸਾ ਮਿਲਣਾ ਚਾਹੀਦਾ। ਇਹ ਭਾਰਤੀ ਜਨਤਾ ਪਾਰਟੀ ਦਾ ਸਟੈਂਡ ਹੈ ਕਿ ਜੇ ਤੁਸੀਂ ਪਾਣੀ ਲਿਗਾਉਣਾ ਹੈ, ਕਾਂਗਰਸ ਨੇ ਸਮਝੌਤੇ ਕੀਤੇ, ਤੇ ਅਗਰ ਅਸੀਂ ਪੱਥਰ ਮੰਗਾ ਰਹੇ ਹਾਂ ਰਾਜਸਥਾਨ ਤੋਂ, ਤੇ ਰਾਜਸਥਾਨ ਨੂੰ ਪੱਥਰ ਦੀ ਰਾਇਲਟੀ ਪੇ ਹੋ ਰਹੀ ਹੈ ਖਦਾਨਾਂ ਦੇ ਉੱਤੇ, ਤੇ ਪੰਜਾਬ ਨੂੰ ਵੀ ਪੇ ਹੋਣੀ ਚਾਹੀਦੀ। ਇਹ ਤੁਸੀਂ ਪੰਜਾਬ ਦੇ ਆਮ ਜਨਤਾ ਦੀ ਗੱਲ ਕਰ ਰਹੇ ਹੋ, ਬਟ ਇਹਨੂੰ ਲਾਗੂ ਕਿਸ ਤਰ੍ਹਾਂ ਕਰਾਂਗੇ? ਇਹਨੂੰ ਲਾਗੂ ਤਾਂ ਹੀ ਕਰਾਂਗੇ ਜਦੋਂ ਇਹਨੂੰ ਰਾਜਨੀਤਿਕ ਮੁੱਦਾ ਨਹੀਂ, ਇਹਨੂੰ ਪੰਜਾਬ ਦਾ ਸੋਸ਼ਲ ਵ ਇਕਨੋਮਿਕ ਮੁੱਦਾ ਬਣਾਵਾਂਗੇ। ਜੇ ਇਹ ਤੇ ਪੋਲਿਟਿਕਸ ਕਰਕੇ ਸੱਤਾ ਚਾਹਨਾ, ਮੈਨੂੰ ਦੱਸੋ ਅੱਜ ਜਿਹੜੇ ਲੋਕ ਸੱਤਾ 'ਚ ਬੈਠੇ, ਜਿਹੜੇ ਉਹਨਾਂ ਨੇ ਵਾਅਦੇ ਕੀਤੇ, ਉਹਨਾਂ 'ਚ ਕੋਈ ਯਾਦ ਉਹਨਾਂ ਨੂੰ? ਤਾਂ ਭੁੱਲ ਗਏ। ਕੱਲ 3000 4000 ਪੁਲਿਸ ਵਾਲਿਆਂ ਦੇ ਨਾਲ, ਸਿਕਿਉਰਿਟੀ ਦੇ ਨਾਲ, ਉਹ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਹੀ, ਪੰਜਾਬ ਦੇ ਇੱਕ ਗੱਭਰੂ ਦੀ ਮੌਤ, ਤੇ ਜਿਹੜੀ ਗੱਭਰੂ ਦੀ ਮੌਤ ਵੀ ਉਹਨਾਂ ਦੀ ਗਲਤੀ ਕਾਰਨ ਹੋਈ। ਉੱਥੇ ਗਏ 4000 ਆਦਮੀ, ਜੇ ਘਰ ਦੇ 6 ਜੀ ਬੈਠੇ ਤੇ 20 ਪੁਲਿਸ ਵਾਲੇ ਵਿੱਚ ਬੈਠੇ। ਇਹ ਕਮਿਟਮੈਂਟ ਸੀ ਉਹਨਾਂ ਦੀ। ਉਹਨਾਂ ਦੀ ਕਮਿਟਮੈਂਟ ਤੇ ਸੀ ਕਿ ਅਸੀਂ ਰੈੱਡ ਲਾਈਟ ਨਹੀਂ ਲਾਂਗੇ, ਕੋਠੀ ਨਹੀਂ ਲਾਂਗੇ, ਤਨਖਾਹ ਨਹੀਂ ਲਾਂਗੇ, ਪਤਾ ਨਹੀਂ ਕੀ ਕੁਝ ਨਹੀਂ ਲਾਂਗੇ, ਸਿਕਿਉਰਿਟੀ ਨਹੀਂ ਲਾਂਗੇ। ਤੇ ਪੰਜਾਬ ਦੀ ਸਿਕਿਉਰਿਟੀ ਤੇ ਕੇਜਰੀਵਾਲ ਸਾਹਿਬ ਨਾਲ ਲੱਗੀ, ਜਾ ਕੇ ਦਿੱਲੀ ਤੇ ਲੱਗੀ ਹੋਈ ਸੀ। ਪੰਜਾਬ ਦੇ ਵੀ ਕਹਿੰਦੇ ਨੇ, ਮੈਨੂੰ ਤਾਂ ਕਿਸੇ ਨੇ ਕਿਹਾ 90 ਕਮਾਂਡੋ ਲਾਏ ਗਏ ਨੇ। ਔਰ ਭਗਵੰਤ ਮਾਨ ਸਾਹਿਬ ਜਾ ਰਹੇ ਹੈ ਮਾਨਸਾ, ਚੰਡੀਗੜ੍ਹ ਤੋਂ ਨਹੀਂ ਜਾ ਰਹੇ, ਪਹਿਲੇ ਦਿੱਲੀ ਦਰਬਾਰ ਜਾ ਕੇ ਪੁੱਛਦੇ ਜਾਵਾਂ। ਇੰਨੀ ਪਰਿਕਰਮਾ ਕਿ ਪੰਜਾਬ ਦਾ ਪਰਾਕਰਮ ਦੀ ਧਰਤੀ ਪੰਜਾਬ, ਸ਼ੌਰੇ ਦੀ ਧਰਤੀ ਪੰਜਾਬ, ਵੀਰਾਂ ਦੀ ਧਰਤੀ ਪੰਜਾਬ, ਤੇ ਅਸੀਂ ਇੱਕ ਮਿਊਨਿਸਪਲ ਕਾਰਪੋਰੇਸ਼ਨ ਲੈਵਲ ਦੀ ਸਟੇਟ ਦੇ ਚੀਫ ਮਿਨਿਸਟਰ ਨੂੰ ਪੁੱਛਣ ਜਾ ਰਹੇ ਕਿ ਚਲੇ ਜਾਈਏ। ਕੀ ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ? ਕੌਣ ਡਰ ਰਿਹਾ? ਇਨਾ ਅਟੈਕ, ਜੇ ਇੱਕ ਪਾਰਟੀ ਅੱਜ ਸੱਤਾ ਵਿੱਚ ਹੈ, ਹੁਣ ਅਗਲੇ 4.5 ਸਾਲ ਉਹਨਾਂ ਰਾਜ ਕਰਨਾ ਹੈ, ਕਿ ਬਿਕੋਜ਼ ਅਰਵਿੰਦ ਕੇਜਰੀਵਾਲ ਚੁਣੌਤੀ ਤਾਂ ਦਿੰਦੇ ਭਾਜਪਾ ਨੂੰ, ਕਹਿੰਦੇ ਕਿ ਵੀ ਮੈਂ ਤਾਂ ਪੂਰੇ ਰਾਸ਼ਟਰ ਵਿੱਚ ਜਾਵਾਂਗਾ। ਕੌਣ ਰੋਕ ਰਿਹਾ? ਨਹੀਂ, ਮੈਂ ਸਿਰਫ, ਮੇਰਾ ਸਵਾਲ ਇਹ ਹੈ ਕਿ ਇਹ ਤਾਂ ਪੋਲੀਟੀਕਲ ਲੜਾਈ ਹੈ ਭਾਜਪਾ ਔਰ ਆਪ ਵਿੱਚ ਹੈਗੀ ਹੈ, ਕਿ ਜੋ ਤੁਸੀਂ ਵੀ ਕਹਿੰਦੇ ਹੋ ਕਿ ਪੰਜਾਬ ਨੂੰ ਉਹਦੇ ਪਾਣੀਆਂ ਦਾ ਹੱਕ ਮਿਲਣਾ ਚਾਹੀਦਾ, ਉਹਦਾ ਪੈਸਾ ਮਿਲਣਾ ਚਾਹੀਦਾ, ਕਿ ਇਹ ਸਾਰੇ ਮੁੱਦੇ ਪੋਲੀਟੀਕਲ ਫਾਈਟ ਵਿੱਚ ਰਹਿ ਜਾਣਗੇ, ਕਿ ਭਾਜਪਾ ਤੇ ਆਪ ਦੀ ਲੜਾਈ ਵਿੱਚ ਰਹਿ ਜਾਣਗੇ, ਕਿ ਉਹਨਾਂ ਦਾ ਬਿਕੋਜ਼ ਕੇਂਦਰ ਤੋਂ ਤਾਕਤਵਰ ਕੋਈ ਨਹੀਂ ਹੈ। ਐਸਾ ਹੈ ਕਿ ਗੱਲ ਨੂੰ ਸਮਝਣਾ ਪਏਗਾ। ਨਾ ਅਸੀਂ ਆਮ ਆਦਮੀ ਪਾਰਟੀ ਤੋਂ ਡਰੇ ਹਾਂ, ਨਾ ਉਹਦੀ ਡਰਾਉਣ ਦੀ ਸਥਿਤੀ ਹੈ। ਆਮ ਆਦਮੀ ਪਾਰਟੀ ਨੇ ਯੂਪੀ 'ਚ ਇਲੈਕਸ਼ਨ ਲੜਿਆ, 300 ਕਿੰਨੇ ਸੀਟਾਂ ਦੇ ਇਲੈਕਸ਼ਨ ਲੜਿਆ, 300 ਕਿੰਨੇ ਸੀਟਾਂ ਤੇ ਜ਼ਮਾਨਤ ਜ਼ਬਤ ਹੋਈ। ਹਿਮਾਚਲ ਅਤੇ ਉੱਤਰਾਖੰਡ 'ਚ ਇਲੈਕਸ਼ਨ ਲੜਿਆ, ਉਹਨਾਂ ਦਾ ਚੀਫ ਮਿਨਿਸਟਰ ਕੈਂਡੀਡੇਟ ਵੀ ਹਾਰ ਗਿਆ, ਸਾਰੀ ਪਾਰਟੀ ਹਾਰ ਗਈ। ਉੱਤਰਾਖੰਡ 'ਚ ਸਰਕਾਰ ਬਣਾਉਣ ਦੇ ਸੀ, ਉਹ ਬੀਜੇਪੀ 'ਚ ਆ ਗਏ। ਗੋਆ ਦੇ ਵਿੱਚ ਉਹਨਾਂ ਨੇ ਆਪਣੀ ਸਾਰੀਆਂ ਸੀਟਾਂ ਲੜੀਆਂ, ਸਭ ਤੇ ਜ਼ਮਾਨਤ ਜ਼ਬਤ ਹੋ ਗਈ। ਖੜੀ ਦੇਖੋ, ਦਿੱਲੀ 'ਚ ਸਰਕਾਰ ਉਹਨਾਂ ਦੀ ਆਈ ਹੈ, ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਿਆ। ਪੰਜਾਬ 'ਚ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਪਾਉਣ ਵਾਸਤੇ ਘਰੋਂ ਨਹੀਂ ਗਏ। ਲੋਕ ਘਰੋਂ ਗਏ ਅਕਾਲੀ ਦਲ ਔਰ ਕਾਂਗਰਸ ਨੂੰ ਅਸੀਂ ਵੋਟ ਨਹੀਂ ਪਾਣਾ, ਅਸੀਂ ਕਿਸੇ ਨੂੰ ਵੀ ਪਾ ਦੇਣਾ। ਤੇ ਸਾਹਮਣੇ ਇੱਕੋ ਪਾਰਟੀ ਖੜੀ ਸੀ, ਉਹ ਆਮ ਆਦਮੀ ਪਾਰਟੀ ਸੀ, ਜਿਹੜਾ ਉਹਨੂੰ ਲਾਭ ਮਿਲਿਆ। ਇਹ ਉਹਦਾ ਪੋਜ਼ਿਟਿਵ ਵੋਟ ਨਹੀਂ ਹੈ, ਇਹ ਐਸਡੀ ਔਰ ਕਾਂਗਰਸ ਦਾ ਨੈਗੇਟਿਵ ਵੋਟ ਨੂੰ ਪੈ ਗਿਆ। ਤੁਸੀਂ ਨਹੀਂ ਮੰਨਦੇ ਕਿ ਉਹਨਾਂ ਦਾ ਜੋ ਨਾਰਾ ਹੈ ਕਿ ਗਾਰੰਟੀ ਦਿੰਦਾ ਮੈਂ ਇੱਕ ਇਮਾਨਦਾਰ ਸਰਕਾਰ ਦੇਵਾਂਗਾ, ਇਹ ਉਹਦੇ ਕਰਕੇ ਉਸ ਆਈਡੀਓਲੋਜੀ ਅੱਜ ਤੋਂ 1 ਮਹੀਨਾ ਪਹਿਲਾਂ ਬੀਬਾ ਜੀ ਤੁਹਾਡੇ ਚੈਨਲ ਤੇ ਇੱਕ ਬਿਆਨ ਆਇਆ ਕੇਜਰੀਵਾਲ ਸਾਹਿਬ ਦਾ ਕਿ ਮੈਂ ਬਹੁਤ ਖੁਸ਼ ਹਾਂ, ਭਗਵੰਤ ਮਾਨ ਨੇ ਪੰਜਾਬ 'ਚ ਕਰਪਸ਼ਨ ਖਤਮ ਕਰਤੀ ਹੈ।
मैं गारंटी करना। हो गई। झूठ की कोई हद होंदी है। फिर वो कह रहे नाल ही 15 दिनों बाद बयान आता है कि मुख्य मंत्री के कमरे के नाल जिहड़ा मंत्री का कमरा वो करप्शन करता फड़िया गया। पहला बयान सही सी कि दूजा सही है। फिर उस दिल्ली कनैक्शन की है, कौन दिल्ली बह के सौदे कर रहा है। फिर जे सतिंदर सिंह तो सेम गल आई है, जैन ते गल आई है, तो थोड़ा दिल्ली से स्टैंड बदल गया। पहले तो कहते मैंने सभी कागज पढ़ लिए हैं, कोई गलती नहीं है। फिर जो विजिलेंस चैक कर दी और जो कबूल करता 16 करोड़ रुपया कोर्ट कहता किन्ने हवाला च भेजा और तो परचा रजिस्टर्ड होंदा, असीं उन्हें बर्खास्त ही नहीं करते। असीं कहने कि मनीष सिसोदिया केजरीवाल साहब कह रहे फड़िया जाएगा। किहड़ी जानकारी है कि मनीष सिसोदिया ने इहो जिहा काम किया जिहड़ा केजरीवाल साहब नूं पता फड़िया जाने वाला। ऐसा कड़ा मन का चोर बोल रहा है। ऐसा है कि झूठ बोलन, एडे वड्डे वड्डे झूठ बोल रहे और देश की जनता ना झूठ बोल रहे। मैंने दसो तुहाडे कोल वीडियो नहीं होगी तो मैं तुहानूं दे दांगा। तो सौं खा रहे अपने बच्चों की मैं कांग्रेस नाल समझौता नहीं करांगा। उस साल कांग्रेस नाल समझौता करके सरकार बना दे। सौं खा रहे मैं गाड़ी, कोठी और गनमैन और रेड लाइट नहीं लूँगा। जाके दिल्ली देखो कोठी ना गनमैन किन्ने खलोते, कोठी लीती कि नहीं लीती, छड़ के 2 लीतियां कि नहीं लीतियां, सारे मंत्रियों ने लीतियां कि नहीं लीतियां, करप्शन चार्जिस है कि नहीं है। ऐसा है तुसीं हुण वादा किया फ्री बिजली देण दा, लागू हो गई पंजाब च। तुसीं 1000 रुपया हर भैन नूं देण दा वादा किया, मिलिया पंजाब च। हर आदमी नूं नौकरी देण दा वादा मिलिया। हालात है ने कि बिजली आ ही नहीं रही, फ्री कितने मिलनी। पर लोग तो कहते हैं कि आप भाजपा की बी टीम है क्योंकि ਤੁਸੀਂ कांग्रेस मुक्त नारा देना जे ਤੁਹਾਨੂੰ लगता बी टीम है ਛੱਡੋ ना, बी ਨੂੰ ए ਨੂੰ ਲਿਆਓ। साड़ी कोई बी टीम नहीं, वो नलायक टीम है, वो टीम है। पर उन्होंने ਤੁਹਾਡਾ ਕੰਮ ਤੇ ਕਰਤਾ। कांग्रेस तो गोवा ਵਿੱਚ हराती, जिथे जिथे कांग्रेस ही सब जगह। ऐसा है कि सोच गलत है, सोच गलत है। सबना ऊपर देश है, मेरी धरती है सबना ऊपर। उस तो बाद कि पार्टी है, असी पंजाब बचाना है। सारी जान इत्थे ला दी है कि पंजाब बीजेपी बच जाए, पंजाब आप बच जाए, पंजाब कांग्रेस बच जाए। तुसी देखो मैं अज तक मेरी अज 51 साल उम्र हो गई, मैं सारी 40 साल अंमृतसर दे विच रह के देखा। मैनूं एक एक घटना 40 सालों की याद है, 10 साल की उम्र तो लैके हुण तक। बड़े बुरे दिन सी। वो भी दिन सी जदों बसां चों ला के एक संप्रदाय के लोगों को एक पासे खड़ा करके मारता जाता सी, ट्रेनां चों मारता जाता सी। 84 च सारे हिंदुस्तान च सिखां दे गलियां टायर पा के साड़िया कांग्रेस के लोगों ने, गुरुद्वारे साड़ते, गोलियां चलाइयां, टैंक चलाते। कभी हिंदू सिख भाईचारा सड़क पर आके नहीं लड़िया, मैं नहीं देखा अपनी जिंदगी च कि कभी सिख नौजवानों ने जाके मंदिर के अगे जाके बड़का मारिया होन ते हिंदू मुंडिया ने जाके गुरुद्वारे बाहर बड़का मारिया होन और रब बारे कोई गुरुआं बारे या किसी मूर्ति बारे या किसी भगवान बारे गल कही हुए। पर मैं दौर देखिया 2.5 महीनों देख लिया पटियाले च, कित्थे गई इंटैलीजेंस सी। एक आदमी फेसबुक के बारे में जलूस कढ़ांगा, दूजा फेसबुक तेरा विरोध कर रहा है। एक आदमी राजपुरों जत्था लैके तुरया, राह किसी ने रोकया नहीं, फेसबुक पर किसी ने ट्रेस नहीं किया। इंटैलीजेंस सर्विस कितने सी और ईस्ट इंग्लैंड चुक के उसले अंदर किया होंदा, जिहड़े मुंडे तो राजपुरे चले सी उन्होंने अंदर किया होंदा। वो कटना ना कटदी किस पासे लै गए पंजाब नूं, जिहड़ा असी 80-90 दौर च नहीं देख पाए। वो भैड़ा सीन इन्हां अखां ने फिर देखा 2022 च। अपने आप नूं तुसीं की कह रहे हो कि जान के कराने की कोशिश करें। ऐसा है कि दोनों गल्लां ने, जान के कराने वाली गल तब होएगी कि नहीं होएगी, तो जांच होनी चाहिए। ना समझी ते है। देखो तुसी 400 किन्ने लोगों की सिक्योरिटी वापस की, इस तो पहले भी कई लोगों को सिक्योरिटी मिली वापस हुई, और ही तुसी प्रैस रिलीज दे रहे हो, उन्होंने सोशल मीडिया ते पा रहे हो। 400 किन्ने लोगों की सिक्योरिटी वापस लै रहे हो। एक सुर्खियां बटोरन वास्ते 400 किन्ने लोगों की जान दाव ते लाती। फिर कड़ी रिपोर्ट के आधार पर तुसी एक पासे कांग्रेस का MLA है, बीजेपी का MLA लड़िया, और ही खोलो एक आम आदमी पार्टी का हरियाणा जितने दे दो। यह
ਕ੍ਰਾਈਟੇਰੀਆ ਤੇ ਐਸੀ ਕਿ ਉਹਨੇ ਆਤੰਕਵਾਦ ਨਾਲ ਕੋਈ ਲੜਾਈ ਲੜੀ ਹੈ, ਉਹਨੂੰ ਕੋਈ ਥ੍ਰੈਟ ਹੈਗਾ, ਕਿਸੇ ਐਸੇ ਪੋਸਟ ਨੂੰ ਹੋਲਡ ਕਰ ਰਿਹਾ ਜਿੱਥੇ ਉਹਨੂੰ ਥ੍ਰੈਟ ਹੈਗਾ। ਅਸੀਂ ਉਹ ਦੇਖਿਆ ਹੀ ਨਹੀਂ, ਸਿਰਫ ਬਦਲੀ ਕਰ ਦਿਓ, ਬਦਲਾ ਕਰ ਲਓ। ਔਰ ਉਹਦੇ ਚੋਂ ਨਿਕਲਿਆ ਕੀ? ਮੂਸੇਵਾਲਾ ਇੱਕ ਘਟਨਾ ਸੀ, ਸ਼ਾਇਦ ਉਸ ਤੋਂ ਸਰਕਾਰ ਨਾ, ਹਾਈ ਕੋਰਟ ਨਾ ਝਿਜਕਦੀ, ਝਿੜਕਾ ਮਾਰਦੀ ਸਰਕਾਰ ਨੂੰ, ਤੇ ਸ਼ਾਇਦ ਹੋਰ ਘਟਨਾ ਵੀ ਹੁੰਦੀਆਂ। ਉਹਨਾਂ ਨੇ ਕਿਹਾ ਤੁਰੰਤ ਦਿਓ ਸਿਕਿਉਰਿਟੀ। ਤੁਸੀਂ ਉਹਨਾਂ ਲੋਕਾਂ ਕੋਲ ਸਿਕਿਉਰਿਟੀ ਖੋਈ ਜਿਨ੍ਹਾਂ ਦੇ ਘਰ ਦੇ 2-2 ਜੀ ਆਤੰਕਵਾਦ ਦੀ ਲੜਾਈ 'ਚ ਮਰੇ, ਤੇ ਦੇਤੀ ਉਹਨਾਂ ਨੂੰ ਦਿੱਲੀ ਬੈਠਿਆਂ ਨੂੰ, ਜਿਹੜੇ ਸੋਹਾਂ ਚੁੱਕਦੇ ਸੀ ਕਿ ਜੀ ਸਿਕਿਉਰਿਟੀ ਨਹੀਂ ਲੈਣੀ। ਨਹੀਂ, ਇਸ ਗੱਲ ਨੂੰ ਸਮਝ ਆਉਂਦੀ ਹੈ ਕਿ ਵੀ ਹੁਣ ਜੋ ਇਹ ਲਾਸਟ ਹਾਦਸੇ ਹੋ ਰਹੇ ਨੇ, ਜੋ ਅਸੀਂ ਦੇਖਿਆ ਕਿ ਨਸ਼ਾ ਪੰਜਾਬ ਵਿੱਚ ਇੰਨਾ ਫੈਲ ਗਿਆ ਹੈ, ਜੋ ਗੈਂਗਸਟਰਵਾਦ ਹੈ, ਕੁਝ ਜੇਲਾਂ ਕਾਂਗਰਸ ਹੇਠ ਨੇ, ਕੁਝ ਜੇਲਾਂ ਸੈਂਟਰ ਹੇਠ ਨੇ, ਕੁਝ ਜੇਲਾਂ ਪੰਜਾਬ ਸਰਕਾਰ ਹੇਠ ਨੇ। ਜੇਲਾਂ ਵਿੱਚ ਬੈਠ ਕੇ ਇਹ ਗੈਂਗਸਟਰ ਨੇ, ਇਹ ਕੋਈ ਆਈਡੀਓਲੋਜੀ ਨਾਲ ਨਹੀਂ ਜੁੜੇ ਹੋਏ, ਇਹਨਾਂ ਦਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਪੰਜਾਬ ਦੇ ਹੱਕਾਂ ਵਾਸਤੇ ਲੜ ਰਹੇ ਨੇ। ਇਹਦੇ ਇੱਕ ਨਸ਼ੇ ਦਾ ਵਪਾਰ ਚੱਲ ਰਿਹਾ ਹੈ। ਐਂਡ UN ਕਦ ਦੀ ਸਾਨੂੰ ਸੰਯੁਕਤ ਰਾਸ਼ਟਰ ਨੇ ਆਈ ਥਿੰਕ 2015 ਵਿੱਚ ਰਿਪੋਰਟ ਕੱਢੀ ਸੀ ਕਿ ਕਿੰਨੀਆਂ ਡਾਕੂਮੈਂਟਰੀਜ਼ ਆਈਆਂ ਸੀ ਕਿ ਪੰਜਾਬ ਵਿੱਚ ਨਸ਼ਾ ਵੱਧ ਰਿਹਾ। ਇਸ ਚੀਜ਼ ਨੂੰ ਅਸੀਂ ਕੰਟਰੋਲ ਕਿਉਂ ਨਹੀਂ ਕਰ ਪਾ ਰਹੇ? ਐਸਾ ਕਿ ਇਹਨੂੰ ਵੀ 2 ਹਿੱਸਿਆਂ 'ਚ ਮੈਂ ਸਮਝਦਾ। ਪਹਿਲੀ ਗੱਲ, ਤੁਹਾਨੂੰ ਕੋਈ ਐਸਾ ਗੈਂਗਸਟਰ ਦਿਸੇ ਜਿਹਦੇ 'ਤੇ ਸੈਂਟਰ ਦਾ ਆਸ਼ੀਰਵਾਦ ਹੈ, ਮੈਂ ਦੱਸਣਾ, ਉਹ ਤੁਹਾਨੂੰ ਕੋਈ ਮਿਸਗਾਈਡ ਕਰਦਾ ਹੋਏਗਾ। ਵੀ ਆਰ ਨੋਟ ਸਪੋਰਟਡ। ਕਿਸੇ ਗੈਂਗਸਟਰ ਛੱਡ ਕੇ ਕਿਸੇ ਕ੍ਰਿਮੀਨਲ ਅਸੀਂ ਸਪੋਰਟ ਨਹੀਂ ਕਰਦੇ। ਨਹੀਂ, ਮੈਂ ਮੰਨਦੀ ਹਾਂ ਸਪੋਰਟ, ਮੈਂ ਨਹੀਂ ਕਹਿ ਰਹੀ ਸਪੋਰਟ ਕਰਦੇ ਹੋ, ਪਰ ਜੇਲਾਂ ਵਿੱਚ ਬੈਠ ਕੇ, ਭਾਵੇਂ ਉਹ ਯੂਪੀ ਵਿੱਚ ਤਾਂ ਪੰਜਾਬ ਤੋਂ ਦੇਖੋ, ਯੂਪੀ 'ਚ ਅਸੀਂ ਅੱਜ ਕਿਸੇ ਦੀ ਜ਼ਰੂਰਤ ਨਹੀਂ ਹੈਗੀ, ਜਾਂ ਤੇ ਅਪਰਾਧੀ ਨੂੰ ਯੂਪੀ ਛੱਡਣੀ ਪਏਗੀ ਜਾਂ ਉੱਪਰ ਜਾਣਾ ਪਏਗਾ, ਵਿਚਕਾਰਲਾ ਰਸਤਾ ਅਸੀਂ ਦਿੱਤਾ ਨਹੀਂ। ਬਟ ਅਜੇ ਵੀ ਉੱਥੇ ਪੰਜਾਬ ਤੋਂ ਕਿੱਥੇ ਵੱਧ, ਇੱਥੇ ਤਾਂ ਬਿਕੋਜ਼ ਇਹ ਕਾਲਾ ਦੌਰ ਕਰਕੇ ਨਾਮ ਆਤੰਕਵਾਦੀ ਆ ਜਾਂਦਾ, ਬਟ ਯੂਪੀ ਪੰਜਾਬ ਤੋਂ ਬੀਬਾ ਜੀ, ਅੱਜ ਯੂਪੀ ਅੱਜ ਤੋਂ 10 ਸਾਲ ਪਹਿਲੇ ਜਿਹੜਾ 12, 13, 10, 9 ਉੱਥੇ ਫਿਰੌਤੀ ਦਾ ਧੰਦਾ ਸੀ, ਕਿਸੇ ਗੁੱਡੀ ਕੁੜੀ ਨੂੰ ਛੇੜਨਾ ਸ਼ੌਂਕ ਸੀ। ਅੱਜ ਕੋਈ ਮਜਨੂ ਸੜਕ ਤੇ ਉਤਰ ਕੇ ਤੇ ਦਿਖਾਏ, ਕੋਈ ਕ੍ਰਾਈਮ ਕਰਕੇ ਤੇ ਦਿਖਾਏ। ਕ੍ਰਿਮੀਨਲਸ, ਇਹ ਸਖਤੀ ਕਿਸ ਤਰ੍ਹਾਂ ਤੁਸੀਂ ਉੱਥੇ ਲਾਗੂ ਕਰਾਈ ਔਰ ਪੰਜਾਬ ਵਿੱਚ ਕਿਉਂ ਨਹੀਂ? ਹਾਂ, ਇਹ ਸਖਤੀ ਅਸੀਂ ਲਾਗੂ ਕਰਾ ਕੇ ਅੱਜ ਕਾਨਪੁਰ ਬਾਜ਼ਾਰ, ਲਖਨਊ ਦਾ ਬਾਜ਼ਾਰ ਜਿਹੜਾ 6 ਵਜੇ ਬੰਦ ਹੋ ਜਾਂਦਾ ਸੀ, ਅੱਜ ਰਾਤੀ 10 ਵਜੇ ਤੱਕ ਜੂਲਰ ਬੈਠੇ ਹੋਏ ਆ। ਅੱਜ ਕੋਈ ਆਦਮੀ ਖੜਾ ਹੋ ਕੇ ਕਹੇ ਮੇਰੇ ਕੋਲ ਫਰੋਤੀ ਮੰਗਣ ਵਾਲਾ ਕੋਈ ਹੈਗਾ? ਕੋਈ ਨਹੀਂ ਕਹਿ ਸਕਦਾ। ਈਵਨ ਇਹ ਹਾਲਾਤ ਸੀ ਕਿ ਪ੍ਰਿੰਕਾ ਗਾਂਧੀ ਅੰਸਾਰੀ ਨੂੰ ਲਿਆ ਕੇ ਪੰਜਾਬ ਦੀ ਜੇਲ੍ਹ 'ਚ ਰੱਖਿਆ। ਉਹਨੂੰ ਪਤਾ ਸੀ ਕਿ ਯੋਗੀ ਦੀ ਭਾਰਤੀ ਜਨਤਾ ਪਾਰਟੀ ਦੀ ਜੇਲ੍ਹਾਂ 'ਚ ਕ੍ਰਿਮੀਨਲਸ ਦੀ ਕੋਈ ਫੈਸਿਲਿਟੀ ਨਹੀਂ ਮਿਲੇਗੀ। ਇੱਥੇ ਰੈੱਡ ਕਾਰਪੇਟ ਫੈਸਿਲਿਟੀ ਸੀ। ਪ੍ਰਿੰਕਾ ਗਾਂਧੀ ਨੇ ਉਹਨੂੰ ਰੈੱਡ ਕਾਰਪੇਟ ਫੈਸਿਲਿਟੀ ਦਵਾਈ। ਇਹੋ ਰੰਧਾਵਾ ਸਾਹਿਬ ਜੇਲ੍ਹ ਮੰਤਰੀ ਸੀ। ਉਹਨੂੰ ਇੱਥੇ ਜਦੋਂ ਕਹਿੰਦੇ ਸੀ ਨਾ ਕਿ ਤੇਰੀ ਕੋਰਟ 'ਚ ਬਦਲੀ ਕਰਕੇ ਉੱਥੇ ਲਿਜਾਣਾ, ਤੇ ਉਹ ਹਿਲ ਜਾਂਦਾ ਸੀ ਕਿ ਇਹਨੂੰ ਨਾਲ, ਮੈਨੂੰ ਨਾ ਭੇਜੋ। ਇਸ ਵਿੱਚ ਕ੍ਰਾਈਮ ਨੂੰ ਸਨੱਪ ਕਰਨਾ ਪਏਗਾ। ਕ੍ਰਿਮੀਨਲ ਕਿਸੇ ਦਾ ਨਹੀਂ, ਕਿਸੇ ਪਾਰਟੀ ਦਾ ਨਹੀਂ, ਨਾ ਉਹ ਸਮਾਜ ਦਾ। ਕ੍ਰਿਮੀਨਲ ਨੂੰ ਕ੍ਰਿਮੀਨਲ ਦੀ ਤਰ੍ਹਾਂ ਜੋ ਕਾਨੂੰਨ ਕਹਿੰਦਾ ਸਖਤੀ ਨਾਲ ਡੀਲ ਕਰਨਾ ਪਏਗਾ, ਔਰ ਤੇ ਕੋਈ ਦਇਆ ਨਹੀਂ। ਜੇ ਅਸੀਂ ਕ੍ਰਿਮੀਨਲ ਤੇ ਦਇਆ ਕਰਾਂਗੇ ਤਾਂ ਸਮਾਜ ਖਰਾਬ ਹੋਏਗਾ। ਅੱਜ ਕਿਸੇ ਜ਼ਰੂਰਤ ਨਹੀਂ ਮਜਨੂ ਦੀ ਕਿ 12 ਸਾਲ ਦੀ, 10 ਸਾਲ ਦੀ ਕੁੜੀ ਹੋਵੇ ਜਾਂ 22 ਸਾਲਾਂ ਦੀ ਕੁੜੀ ਹੋਵੇ, ਉਹ ਸਕੂਲੋਂ ਪੜ੍ਹ ਕੇ ਆ ਰਹੀ ਹੋਵੇ ਜਾਂ ਕਾਲਜ ਤੋਂ ਪੜ੍ਹ ਕੇ ਆ ਰਹੀ, ਜੇ ਉਹ ਕ੍ਰਾਈਮ ਕਰਦਾ ਹੈ ਤੇ ਉਹਨੂੰ ਉਹਦੀ ਸਜ਼ਾ ਮਿਲਦੀ ਹੈ। ਮੈਂ ਫਿਰ ਤੁਹਾਨੂੰ ਇਸੇ ਗੱਲ ਤੇ ਇੱਕ ਸਵਾਲ ਪੁੱਛਦੀ ਹਾਂ। ਤੁਸੀਂ ਇੱਥੇ ਅਕਾਲੀ ਦਲ ਨਾਲ ਭਾਈਵਾਲੀ ਸੀਗੀ, ਠੀਕ ਹੈ, ਉਸ ਦੌਰ ਵਿੱਚ ਨਸ਼ੇ ਦਾ ਵਪਾਰ ਹੋਇਆ, ਪਠਾਨਕੋਟ ਤੋਂ ਹਮਲਾ ਹੋਇਆ। ਆਮ ਲੋਕ ਅਸੀਂ ਜਾਣਦੇ ਸੀ ਕਿ ਵੀ ਇੱਥੋਂ ਨਸ਼ਾ ਆਉਂਦਾ ਸੀ ਦੇ ਰਾਹੀਂ ਪਾਕਿਸਤਾਨ ਤੋਂ ਅੱਤਵਾਦੀ ਆ ਕੇ, ਜਿਹਨੇ ਸਾਨੂੰ ਨੈਸ਼ਨਲ ਸਿਕਿਉਰਿਟੀ ਥ੍ਰੈਟ ਕਰਤੀ। ਇਹ ਗੱਲਾਂ ਵੱਧਦੀਆਂ ਗਿਆ। ਨਸ਼ਾ ਅੱਜ ਸਾਰੇ ਮੰਨਦੇ ਆ ਕਿ ਨਸ਼ਾ ਬਹੁਤ ਵਿਕ ਰਿਹਾ ਹੈ ਪੰਜਾਬ ਵਿੱਚ। ਉੱਥੋਂ ਸ਼ੁਰੂਆਤ ਸੀ, ਕੰਟਰੋਲ ਨਹੀਂ ਹੋਇਆ, ਗੁਰੂ ਸਾਹਿਬ ਦੀ ਬੇਅਦਬੀ ਹੋਈ। ਤੁਸੀਂ ਵੀ ਤਾਂ ਉਸ ਵਿੱਚ ਐਸਾ ਕਿ ਅਸੀਂ 2 ਪੋਲੀਟੀਕਲ ਪਾਰਟੀਆਂ ਦਾ ਗਠਬੰਧਨ ਸੀ, ਲੇਕਿਨ ਸਾਡੀ ਕਮਿਟਮੈਂਟ ਉਦੋਂ ਵੀ ਸਪਸ਼ਟ ਸੀ। ਪ੍ਰਾਈਮ ਮਿਨਿਸਟਰ ਨੇ ਗਠਬੰਧਨ ਦੀ ਸਰਕਾਰ ਹੋਣ ਦੇ ਬਾਵਜੂਦ 16 ਦਸੰਬਰ 2014 ਨੂੰ ਆਪਣੀ ਮਨ ਕੀ ਬਾਤ 'ਚ ਪੰਜਾਬ ਦੇ ਨਸ਼ਿਆਂ ਨੂੰ ਪੁਆਇੰਟ ਆਊਟ ਕੀਤਾ। BSF ਨੇ ਨਸ਼ੇ ਫੜੇ ਵੀ ਸਾਡੀ ਸਰਕਾਰ ਦੇ ਟਾਈਮ, ਬੰਦੇ ਅੱਜ ਵੀ ਫੜਦੀ, ਅੰਦਰ ਵੀ ਦਵਾਏ। ਔਰ ਇਹ ਜਿਹੜਾ ਬਾਰਡਰ ਹੈ ਸਾਡਾ, ਜਿਹੜੀ ਸਖਤੀ ਤੁਸੀਂ ਯੂਪੀ ਦੀ ਖਾ ਪਰ ਇੱਥੇ ਸਾਡੇ ਕੋਲ ਗ੍ਰਹਿ ਮੰਤਰਾਲੇ ਨਹੀਂ ਸੀ ਬੀਬੀ ਜੀ, ਸਾਡੇ ਕੋਲ ਹੁੰਦਾ ਅਸੀਂ ਕਰਕੇ ਦਿਖਾਉਂਦੇ, ਆਏਗਾ ਕਰਕੇ ਦਿਖਾਵਾਂਗੇ ਵੀ। ਲੇਕਿਨ ਮੈਂ ਕਹਿੰਦਾ ਜਿਹੜੇ ਅੱਜ ਸੱਤਾ 'ਚ ਬੈਠੇ 5 ਸਾਲ ਵਾਸਤੇ ਸਰਕਾਰ ਲੈ ਕੇ ਬੈਠੇ, ਜਾਂ ਕਾਂਗਰਸ ਨੇ ਪਹਿਲੇ 5 ਸਾਲ ਕੱਟੇ,
ਕੋਈ ਕਹਿੰਦਾ ਸੀ ਮੈਂ 24 ਘੰਟੇ ਕਰ ਦਾਂਗਾ, ਕੋਈ ਕਹਿੰਦਾ ਮੈਂ 48 ਘੰਟੇ ਕਰ ਦਾਂਗਾ। ਇਹ ਆਮ ਆਦਮੀ ਪਾਰਟੀ ਨੇ ਤਾਂ 24 ਘੰਟੇ ਹੈਗੇ ਸੀ, ਤੇ ਅੱਜ ਤੇ 72 ਦਿਨ ਬੀਤ ਗਏ। 24 ਘੰਟੇ ਤੇ 72 ਦਿਨ, ਕੋਈ ਸਟੈਪ ਦਿਖਾਓ। ਮੈਂ ਪੁੱਛਣਾ ਚਾਹਨਾ, केजरीवाल साहब ने गुजरात जाके कहता कि अपना पंजाब चो भ्रष्टाचार खत्म हो गया। मैं एक बहुत बड़े चैनल के कमरे 'ਚ बैठा, दफ्तर 'ਚ बैठा, स्टूडियो 'ਚ बैठा, एक बहुत वड्डी पत्रकार 3 पीढ़ियां की पत्रकार को बैठा। मैं उन्होंने एको गल पूछना चाहना, पंजाब के अंदर रेत का रेट घटिया? नहीं घटिया। रेत माफिया उस तरह ही काम कर रहा है, सरगना बदल गए। बड़ा भ्रष्टाचार खत्म किया तुसीं, कहते माफियाइज्म खत्म करांगे। केबल माफिया सरगना बदल गए, माफिया उस तरह ही काम कर रहे। ट्रांसपोर्ट माफिया सरगना बदल गए, माफिया उस तरह ही काम कर रहे। खनन माफिया उस तरह, हाँ भगवंत मान जी सामने आओ, तुसीं कहो जी खत्म करता है माफियाइज्म। 70 दिनां च रेत दा खनन दा पैसा आंदा सी 100 रुपया, खत्म हो गया करप्शन, हुण 200 रुपया खजाने 'च जमा हुंदा। कोई एग्जाम्पल तो दिओ कि ट्रांसपोर्ट का पैसा 100 रुपया आंदा सी, असी सरकार 70 दिन चलाई है, 70 दिन 125 रुपया है, ये 25 रुपये उस जो चोर चोरी करते थे। कोई एग्जाम्पल है? कोई एग्जाम्पल? सरगना बदल गए, माफिया वही है, नेता बदल गए, थामू बदल गए। दसो 70 दिन कोई नवी रेत की पॉलिसी है, खनन की पॉलिसी, ट्रांसपोर्ट की पॉलिसी, नशे की पॉलिसी? कोई 4 किंग पिन फड़ के टंगे होंगे, कोई एक ना लैन कि ऐसी टंगता जी किंग पिन, ये बाहरों लिया सी ड्रग, यह टंगता जी। अज भी 10 बंदे फड़े जाते तो BSF की IB की मूवमेंट से फड़े जाते। गल्लां करनियां आसान ने बीबा जी, कोई करके तो दिखान। 72 दिन होए हैं, ਤੁਸੀਂ ਠੀਕ ਕਹਿ ਰਹੇ ਹੋ, ਅਸੀਂ ਵੇਟ ਕਰ ਰਹੇ ਹਾਂ ਅਜੇ ਕਿ ਵੀ ਸ਼ਾਇਦ ਕੁਝ ਆਏ। ਬਟ ਤੁਸੀਂ ਜਿਹੜੀ ਗੱਲ ਕੀਤੀ ਕਿ 5 ਸਾਲ ਵਿੱਚ ਕਾਂਗਰਸ ਨੇ ਨਹੀਂ ਕੀਤਾ, ਉੱਥੋਂ ਮੈਂ ਤੁਹਾਨੂੰ ਸਵਾਲ ਪੁੱਛਦੀ ਹਾਂ ਕਿ ਤੁਸੀਂ ਵੀ ਜਾਣਦੇ ਹੋ ਕਾਂਗਰਸ ਨੇ ਨਹੀਂ ਕੀਤਾ, ਲੋਕਾਂ ਨੇ ਵੀ ਉਹੀਓ ਫਤਵਾ ਦਿੱਤਾ ਕਿ ਵੀ ਇਹਨਾਂ ਨੇ ਕੰਮ ਨਹੀਂ ਕੀਤਾ, ਅਸੀਂ ਇਹਨਾਂ ਨੂੰ ਵੋਟ ਨਹੀਂ ਪਾਵਾਂਗੇ। ਤੁਸੀਂ ਵਿੱਚ ਕਹਿੰਦੇ ਫਿਰ ਤੁਸੀਂ ਪੂਰੀ ਕਾਂਗਰਸ ਨੂੰ ਭਾਜ-ਭਾਜ ਕਿਉਂ ਲੈ ਰਹੇ ਹੋ? ऐसा है कि व्यक्ति और आइडियोलॉजी 2 अलग-अलग चीज़ां। ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿਹੜਾ ਸ਼ਾਮਲ ਹੋਏਗਾ, ਭਾਰਤੀ ਜਨਤਾ ਪਾਰਟੀ ਦੀ ਜ਼ੀਰੋ ਟੋਲਰੈਂਸ ਔਨ ਕਰਪਸ਼ਨ ਆਈਡੀਓਲੋਜੀ ਨੂੰ ਅਸੈਪਟ ਕਰਕੇ ਸ਼ਾਮਲ ਹੋਏਗਾ। ਉਹਨੂੰ ਜਦੋਂ ਉੱਪਰੋਂ ਸੋਨੀਆ ਗਾਂਧੀ ਜੀ ਦਾ ਲੂਜ਼ ਹੋਏਗਾ ਹੱਥ, ਤੇ ਥੱਲੇ ਇੱਕ ਵਾਰਡ ਵਾਲੇ ਨੂੰ ਕਿੱਥੋਂ ਤੁਸੀਂ ਪਹੁੰਚਾ ਲਓਗੇ? ਜਦੋਂ ਉਹ ਨੈਸ਼ਨਲ ਹੈਰਡ 'ਚ ਫਸੇ ਹੋਣਗੇ, 12 ਲੱਖ ਕਰੋੜ ਰੁਪਏ ਦੀ ਚੋਰੀ ਕੇਂਦਰ ਸਰਕਾਰ ਕਰਦਾ ਹੋਏਗਾ, ਤੇ ਥੱਲੇ ਆ ਕੇ ਨੌਨ ਭ੍ਰਿਸ਼ਟਾਚਾਰ ਦੀ ਗੱਲ ਕਰਨਾ, ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਗੱਲ ਕਰਨਾ ਕੌਣ ਸਮਝਦਾ? ਜਦੋਂ ਉੱਤੇ ਨਰਿੰਦਰ ਮੋਦੀ ਦਾ ਸ਼ਾਸਨ ਹੈ, ਸਮਝ ਆਉਂਦਾ ਕਿ 2 रुपये ना खाऊंगा ना खाने दूंगा। ਉੱਥੋਂ 1 ਕਰੋੜ ਹੋਵੇ ਜਾਂ 100 ਕਰੋੜ ਹੋਵੇ, ਦਿੱਲੀੋਂ ਚੱਲਦਾ ਝੌਂਪੜੀ ਤੱਕ ਪੈਸਾ ਨਹੀਂ। ਕਰਪਸ਼ਨ ਚਲੋ ਅਲੱਗ ਗੱਲ ਹੁੰਦੀ ਹੈ, ਜਦ ਤੁਸੀਂ ਆਪਣੇ ਸੂਬੇ ਵਿੱਚ ਨਸ਼ੇ ਦੇ ਵਪਾਰ ਨੂੰ ਨਾ ਰੋਕੋ, ਉਹ ਇੱਕ ਅਲੱਗ ਗੱਲ ਹੁੰਦੀ। ਬਿਕੋਜ਼ ਤੁਸੀਂ ਦੇਖਦੇ ਹੋ ਕਿ ਸਾਡੇ ਬੱਚੇ ਮਰ ਰਹੇ ਨੇ, ਕੱਲ ਨੂੰ ਕੀ ਪਤਾ ਕੱਲ ਨੂੰ ਮੇਰਾ ਆਪਣਾ ਬੱਚਾ ਵੀ ਇਹਦੇ ਵਿੱਚ, ਉਹ ਇੱਕ ਅਲੱਗ ਗੱਲ ਹੁੰਦੀ। ਉਹ ਮੈਨੂੰ ਪਤਾ ਨਹੀਂ ਇਨਸਾਨ ਔਰ ਹੈਵਾਨ ਵਿੱਚ ਫਰਕ ਭੈਣ ਜੀ ਗੱਲ ਨੂੰ ਸਮਝਣਾ। ਨਸ਼ਾ ਵੇਚਣ ਵਾਲਾ ਬੰਦਾ ਵੀ ਭ੍ਰਿਸ਼ਟਾਚਾਰੀ ਕਰਦਾ ਹੈ। ਜਿਹੜਾ ਪੁਲਿਸ ਦਾ ਜਵਾਨ ਉਹਨੂੰ ਛੱਡਦਾ ਉਹ ਪੈਸੇ ਲੈ ਕੇ ਛੱਡਦਾ। ਜਿਹੜਾ ਪੁਲਿਸ ਵਾਲਾ ਅੱਖਾਂ ਬੰਦ ਕਰਦਾ ਉਹ ਵੀ ਪੈਸੇ ਲੈ ਕੇ, ਜਿਹੜਾ ਲੀਡਰ ਅੱਖਾਂ ਬੰਦ ਕਰਦਾ ਉਹ ਵੀ ਪੈਸੇ ਲੈ ਕੇ। ਇਹ ਚੋਲੀ ਦਾਮਨ ਦਾ ਸਾਥ ਹੈ, ਇਹ ਭੁੱਖ ਔਰ ਹਵਸ ਦਾ ਸਾਥ ਹੈ। ਅਖੀਰ ਮੈਂ ਤੁਹਾਨੂੰ ਚੰਦ ਸ਼ਬਦਾਂ 'ਚ ਇਹੋ ਗੱਲ, ਇਹਨੂੰ ਰੋਕਣਾ ਪਏਗਾ। ਕੇਂਦਰ ਸਰਕਾਰ ਅੱਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਸੀਂ ਖੁੱਲ੍ਹਾ ਐਲਾਨੀਆਂ ਕਹਿੰਦੇ ਹਾਂ ਕਿ ਤੁਸੀਂ 4 ਕਦਮ ਤੇ ਚੁੱਕੋ, ਅਸੀਂ 10 ਤੁਹਾਡੇ ਨਾਲ ਚੁੱਕਣ ਨੂੰ ਤਿਆਰ ਹਾਂ। ਲੇਕਿਨ ਬਦਲੇ ਦੀ ਪੋਲਿਟਿਕਸ ਨਾਲ ਨਹੀਂ, ਨਾ ਸਮਝੀ ਨਾਲ ਨਹੀਂ, ਪੰਜਾਬ ਦੇ ਸੁਨਹਿਰੇ ਭਵਿੱਖ ਸੇ। ਔਰ ਨਿਸ਼ਚਿਤ ਰੂਪ 'ਚ ਸਾਡੀ ਸਰਕਾਰ ਬਣੇਗੀ, ਉਦੋਂ ਤੁਸੀਂ ਕਰਕੇ ਦਿਖਾਵਾਂਗੇ ਵੀ। ਔਰ ਵਿਕਾਸ ਮੈਨੂੰ ਦੱਸੋ ਅੱਜ ਕਿੱਥੇ ਗਈ 70 ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਵਿਕਾਸ ਦੀ ਗੱਲ? ਅਸੀਂ ਕਿੱਧਰ ਲੈ ਜਾ ਰਹੇ ਹਾਂ? ਨਰਿੰਦਰ ਮੋਦੀ ਜੀ ਪੰਜਾਬ 'ਚ ਏਮਸ ਖੋਲ ਰਹੇ, ਹਿੰਦੁਸਤਾਨ 'ਚ 7 ਏਮਸ ਸੀ 21 ਕਰਤੇ। IITs ਖੋਲ ਰਹੇ ਨੇ 5 ਗੁਣਾ, IIM ਖੋਲ ਰਹੇ ਨੇ 5 ਗੁਣਾ, IIITs ਖੋਲ ਰਹੇ ਨੇ। ਇਹ ਕੀ ਖੋਲ ਰਹੇ? ਮੁਹੱਲਾ ਕਲੀਨਿਕ। ਡਿਸਪਰਿਨ ਦੀ ਗੋਲੀ ਲੈ ਲਓ। ਉਹ ਕੋਵਿਡ ਦੀ ਮਹਾਮਾਰੀ ਆਈ ਦਿੱਲੀ 'ਚ, ਇਹ ਮੁਹੱਲਾ ਕਲੀਨਿਕ ਟੋਟਲ ਫੇਲ ਹੋ ਗਿਆ, ਕਹਿਰ ਮਚ ਗਿਆ ਦਿੱਲੀ 'ਚ। ਖੀਰ ਕੇਂਦਰ ਸਰਕਾਰ ਨੂੰ ਉਤਰਨਾ ਪਿਆ। ਜਿਹੜਾ ਕੰਮ ਹਸਪੀਟਲ ਨੇ ਕਰਨਾ ਹਸਪੀਟਲ ਨੇ ਕਰਨਾ, ਜਿਹੜਾ ਡਿਸਪੈਂਸਰੀ ਨੇ ਕਰਨਾ ਡਿਸਪੈਂਸਰੀ ਨੇ ਕਰਨਾ। ਅਸੀਂ ਕਹਿ ਰਹੇ ਹਾਂ 5 ਲੱਖ ਰੁਪਏ ਦੀ ਮੈਡੀਕਲ ਇੰਸ਼ੋਰੈਂਸ ਹਰ ਆਦਮੀ ਨੂੰ ਦਿਓ, ਉਹ ਜਾਏ ਕਿਸੇ ਵੀ ਵੱਡੇ ਤੋਂ ਵੱਡੇ ਹਸਪਤਾਲ 'ਚ ਇਲਾਜ ਕਰਾਏ।
क्यों नहीं लागू कर रहे पंजाब 'ਚ, क्यों नहीं करते दिल्ली 'ਚ लागू? आज जम्मू कश्मीर 'ਚ जा के देखो 100% पॉपूलेशन हैल्थ कवर 'ਚ है। हिमाचल 'ਚ ना लगता 100% पॉपूलेशन हैल्थ कवर 'ਚ है कि कोई घर का जी बीमार होए 5 लाख रुपए तक का पैसा केंद्र सरकार की हैल्थ इंश्योरेंस देगी। असीं पंजाब 'ਚ लागू नहीं करते हुए क्योंकि नरेंद्र मोदी जी प्रधानमंत्री की स्कीम है, गरीब वास्ते स्कीम है। ਮੈਂ ਤੁਹਾਨੂੰ ਚੁੱਪ ਜੀ ਤੁਹਾਡੀ ਜਿਹੜੀ 8 ਸਾਲਾਂ ਦੀ ਪ੍ਰਾਪਤੀਆਂ ਹੈ ਉਹ ਤਾਂ ਮਤਲਬ ਅਸੀਂ ਇੱਕ ਨੂੰ ਨਹੀਂ ਡਿਸਕਸ ਕਰਦੇ, ਮੈਨੂੰ ਇੱਕ ਛੋਟਾ ਜਿਹੀ ਗੱਲ ਐਕਸਪਲੇਨ ਕਰ ਦਿਓ ਕਿ ਕੰਮ ਇੰਨਾ ਹੋ ਰਿਹਾ ਹੈਗਾ ਬਟ ਅਮੀਰ ਕੁਛ 1% ਕਿਉਂ ਹੋ ਰਿਹਾ? ਜਿਹੜੀ ਆਕਸਫੈਮ ਦੀ ਰਿਪੋਰਟ ਹੈ ਜਿਹੜੀ ਕਹਿੰਦੀ ਹੈ ਕਿ ਵੀ 1% ਹੀ ਜਿਹੜਾ ਹੈਗਾ ਜਿਹਦੇ ਕੋਲ ਸਾਰੀ ਦੌਲਤ ਭਾਰਤ ਦੀ ਇਕੱਠੀ ਹੋਈ ਜਾ ਰਹੀ ਹੈ। ਅੱਜ ਦੁਨੀਆ ਦਾ 8ਵਾਂ ਅਮੀਰ ਇਨਸਾਨ ਔਰ 9ਵਾਂ ਅਮੀਰ ਇਨਸਾਨ ਭਾਰਤ ਤੋਂ ਹੈ ਬਟ ਗਰੀਬੀ ਵੱਧ ਰਹੀ ਹੈ, ਮਹਿੰਗਾਈ ਵੱਧ ਰਹੀ ਹੈ। ਇਹਦਾ ਕੋਈ ਹੱਲ ਅਸੀਂ ਆਉਣ ਵਾਲੇ ਸਮੇਂ ਵਿੱਚ ਦੇਖਾਂਗੇ ਕਿ ਵੀ ਉਹ ਜਿਹੜਾ ਇੱਕ ਦੂਰੀ ਬਹੁਤ ਜ਼ਿਆਦਾ ਹੋ ਗਈ ਹੈ ਅਮੀਰ ਔਰ ਗਰੀਬ ਦੀ, ਉਹ ਘਟਣ ਦੀ ਕੋਈ ਯੋਜਨਾ ਹੈਗੀ ਇਹਦੇ ਵਿੱਚ? ਦੇਖੋ ਦੋ ਗੱਲਾਂ ਸਮਝਣੀਆਂ ਪੈਣੀਆਂ ਸਾਨੂੰ। अपनी आइज नाल कंट्री नूं देखना पेगा, इंप्लॉय और इंप्लॉयर। क्या इंप्लॉयर विदेशी ही होना चाहिए? हिंदुस्तान का बेटा बेटी क्यों नहीं वर्ल्ड के पहले नंबर के अमीर हो सकते? लेकिन क्वेश्चन है कि हिंदुस्तान की गरीब जनता नूं शोषित करके ना बना। मल्टीनैशनल कंपनीज लीवर 70 साल सानू साबन वेचदी रही देश की आज़ादी तो बाद, क्या साबन तुसी मैं नहीं बना सकते? क्या तेल असी जमीन चों नहीं कढ़ सकते कि फॉरन तो कंपनी आएगी कोई तेल जमीन चों कढ़ेगी? यह जिहड़ी फॉरन की थिंकिंग नाल सोचना एक गलत है। उन्होंने दर्द हुंदा होएगा कि कोई हिंदुस्तान चों अज बाहर जाके उत्थों दी कंपनियां नूं खरीद रहा है, तो मैं समझना मेरे ऐसे प्राउड है। लेकिन दूजा पासा जिहड़ा तुसीं कहा वो बहुत जरूरी है क्योंकि देश की पॉपूलेशन ज़्यादा गरीब। हिंदुस्तान च पहली बारी गरीब नूं किसी ने एड्रैस किया है तो उन्होंने नाम प्रधानमंत्री श्री नरेंद्र मोदी, मैं दसना किस तरह एड्रैस किया। उन्होंने 8 साल की अगर सारी मैनू कोई किसी मैंने कोई कहे कि उस सब नाल इंपॉर्टेंट चीज़ कोई है तो 8 सालों च उन्होंने गरीबों की जिंदगी च परिवर्तन लिया। नारा नहीं लगाया। 1 हिंदुस्तान के 11 करोड़ लोगों के घरों च रसोई गैस पहुँचाया, यानी 11 करोड़ झोंपड़ियां या छोटे मकानों हुण लकड़ नहीं बलेगी। 9 करोड़ 9.5 करोड़ हिंदुस्तान के घरां दे अंदर, वैसे 11 करोड़ शौचालय बनाए, 9.5 करोड़ के अंदर शौचालय बनाए। उस घर नूं अपलिफ्ट हो गया, घर च शौचालय आ गया, घर च रसोई गैस आ गया। उस गरीब की जिंदगी च दूजा अपलिफ्ट किया, उन्होंने बैंकिंग नाल जोड़िया। 40 करोड़ हिंदुस्तान के नागरिक ने जिन्होंने नरेंद्र मोदी जी की जन धन योजना तो पहले कभी बैंक ही नहीं सी देखा, बैंकिंग सुनी नहीं सी। 40 करोड़ लोगों उन्होंने जोड़िया। 35 करोड़ हिंदुस्तान दियां मेड्स साडे घरां च काम करदी, तुहाडे घर च काम करदी है, किसी गौरमेंट प्राइवेट घर च काम कर रही है, प्राइवेट हॉस्पिटल च काम कर रही, कि काउंट ही नहीं सुनती। ई श्रम उन जोड़ के 35 करोड़ लोगों को 2 लाख रुपए का मैडिकल इंश्योरेंस, 2 लाख रुपए की इंश्योरेंस दी। 12 रुपए च गरीब वास्ते इंश्योरेंस लैंदी। तीसरा काम गरीब की जिंदगी तुसीं हैरान होवोगे, देश के अंदर 10 करोड़ घर ऐसे सी जिहदे च पीण दा पानी खूह तो आंदा सी, जिहड़ा खूह भी घर तो बहुत दूर सी। उस घर च जल नल से पहुंचाया प्रधानमंत्री जी ने। अगर इन्हूं तुसीं काउंट करोगे 5-6 फैसिलिटीज़ नूं ते 50 करोड़ नागरिक, 50 करोड़ का मैडिकल इंश्योरेंस है हिंदुस्तान। मैं मनदी हां बहुत सहूलतां आईयां, मैं वो नहीं, मैं तुहानूं कह रहा ना, मैं सिर्फ मेरे जेह्ड़े तुसीं अगर कैलकुलेट करोगे तो अंदाजा हिंदुस्तान की 40% आबादी की अपलिफ्ट 8 साल बट आंकड़े नहीं मनते। आंकड़े कहते हैं जो अपने सर्वे ने, भारत के सर्वे तुसीं ऑक्सफैम का छड्ड दो, कि अज गरीबी दर हेठ लोगों की जिहड़ी आबादी है वधी हैगी। तुहानूं किसी ने गलत आंकड़ा दिता, जिहड़ा गरीबी रेखा तो हिंदुस्तान की 12 करोड़ जनता बाहर आ गई है। नवा आंकड़ा मैं तुहानूं कापी भेज रहा। हिंदुस्तान की गरीबी रेखा का जिहड़ा स्टैंडर्डाइज किया सी कांग्रेस सरकार ने, अज और तो 12 करोड़ आबादी उस गरीबी रेखा तो बाहर आ गई है क्योंकि उन्हें इन्नी फैसिलिटीज मिल गई हैं। हुण तुहानूं गरीबी रेखा रीडिफाइन करनी पै रही। बिल्कुल गलत है। तुसीं जिस घर च रसोई गैस पहुंचा, जिस घर च शौचालय पहुंचे, उस घर की दिशा बदल गई। सवेरे लोटा लैके नहीं जा रहा,
ਉਹਦਾ सम्मान ਵਧਿਆ। ਉਹਦੇ ਘਰ 'ਚ ਅੱਜ ਧੂੰਆਂ ਨਹੀਂ ਹੈਗਾ, ਉਹਦੀ ਅੱਖਾਂ ਬਚੀਆਂ, ਉਸ ਔਰਤ ਦੇ ਲੰਗਸ ਬਚੇ ਹੈ, ਉਹਦੀ ਜੀਵਨ ਸ਼ੈਲੀ 'ਚ ਪਰਿਵਰਤਨ ਆਇਆ। ਤੁਸੀਂ ਉਹਨੂੰ ਬੈਂਕਿੰਗ ਨਾਲ ਜੋੜਿਆ, ਉਹਨੇ ਤੇਲੀ ਪੋਲੀ ਜੋੜ ਕੇ ਅੱਜ ਬੈਂਕਿੰਗ 'ਚ ਪੈਸਾ ਪਹੁੰਚਾਇਆ। ਤੁਸੀਂ ਉਹਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਿੱਤਾ। ਤੁਸੀਂ ਉਹਨੂੰ ਫ੍ਰੀ ਵੈਕਸੀਨੇਸ਼ਨ ਲਗਾਤੀ। ਹਿੰਦੁਸਤਾਨ 'ਚ 200 ਕਰੋੜ ਵੈਕਸੀਨੇਸ਼ਨ, ਔਰ ਇਹ ਵੈਕਸੀਨੇਸ਼ਨ ਦੀ ਇੱਕ ਵੀ ਵੈਕਸੀਨੇਸ਼ਨ ਵਿਦੇਸ਼ ਤੋਂ ਨਹੀਂ ਆਈ। ਈਵਨ ਕੈਨੇਡਾ, ਅਮਰੀਕਾ, रूस, इवन रूस, जर्मन साड़ी वैक्सीनेशन लगा रहा है। फिर दूजे पासे आओ, 80 करोड़ नागरिक ने जिन्होंने पिछले 3 साल तो कोविड के कारण केंद्र सरकार राशन दे रही है। 80 करोड़, अमेरिका की आबादी तो 2 गुना, पूरे यूरोप की आबादी तो 2 गुना। ये गरीब वास्ते सरकार काम कर रही। ऐसे जो अगर मैंने कोई कहेगा कई पुल बने, कई एम्स बने, कई PGI बने, कई कुछ किया मोदी साहब ने, लेकिन सब नाल इंपॉर्टेंट काम किया, देश की 50 करोड़ गरीबों के घर कोई ना कोई लाभ पहुँचाया। उन्होंने पता लगा देश की आज़ादी तो बाद कि कुछ सरकार आई है जी गरीब की चिंता करती, चाहे वो रसोई गैस हो, मैडिकल इंश्योरेंस हो, 12 रुपए की 2 लाख रुपए की इंश्योरेंस, घर च बाथरूम हो, घर च पीन दे पानी नल आ गया। भैन जी मैंने याद है जो 80 के दशक च, अर्ली 80 च साढ़े घर TV आया सी ना, वो डब्बा किन्ने साल सामभ के रखा, वो ब्लैक एंड वाइट TV सी, ਉਹਦਾ ਡੱਬਾ ਸਾਂਭ ਕੇ ਰੱਖਿਆ ਸੀ। ਉਸ ਤਰ੍ਹਾਂ ਹੀ ਉਸ ਘਰ 'ਚ ਅੱਜ ਰਸੋਈ ਗੈਸ ਦਾ ਡੱਬਾ ਸਾਂਭਿਆ ਉਹਨਾਂ ਲੋਕਾਂ ਨੇ। ਉਹਨਾਂ ਦੀ ਜ਼ਿੰਦਗੀ ਨੂੰ ਇੱਕ ਨਵੀਂ ਗੱਲ ਲੱਗੀ ਕਿ ਸਾਨੂੰ ਰੇਹੜੀ ਲਾਉਣ ਵਾਲੇ ਨੂੰ ਪ੍ਰਧਾਨ ਮੰਤਰੀ ਪੈਸੇ ਭੇਜ ਰਿਹਾ, ਲੋਨ ਲਵੋ। ਪ੍ਰਧਾਨ ਮੰਤਰੀ ਮੁਦਰਾ ਯੋਜਨਾ ਦੇ ਤਹਿਤ ਹਿੰਦੁਸਤਾਨ ਦੇ ਅੰਦਰ ਸਭ ਤੋਂ ਜ਼ਿਆਦਾ 80% ਮੁਦਰਾ ਯੋਜਨਾ ਜਿਹੜੀ ਹੈ ਉਹਦਾ ਲਾਭ ਬੇਟੀਆਂ ਨੂੰ ਹੈ। ਮੇਰੇ ਖਿਆਲ ਮੈਨੂੰ ਆਪਣੀਆਂ ਸੱਥਾਂ ਪੰਜਾਬ ਦੇ ਪਿੰਡਾਂ ਤੋਂ ਹਟਾ ਕੇ ਬਾਕੀ ਜਾ ਦੇਖਣਾ ਪਏਗਾ, ਕਿਉਂਕਿ ਸਾਡੇ ਮਨ ਵਿੱਚ ਪੰਜਾਬ ਦੇ ਪਿੰਡਾਂ ਦੀ ਤੁਹਾਨੂੰ ਰਿਪੋਰਟ ਦੇਣਾ ਤੇ ਮੇਰੇ ਨਾਲ ਫਿਗਰ ਬਾਈ ਫਿਗਰ। ਅੱਜ ਹਿੰਦੁਸਤਾਨ 'ਚ 10.5 ਕਰੋੜ ਕਿਸਾਨ ਹੈ। 10.5 ਕਰੋੜ। ਇੱਕ ਕਿਸਾਨ ਦੇ ਘਰ ਅਗਰ 4 ਜੀ ਹੁੰਦੇ, 40 ਕਰੋੜ ਕਿਸਾਨ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ सम्मान ਨਿਧੀ ਭੇਜ ਰਹੇ। ਹਿੰਦੁਸਤਾਨ ਦੇ ਹਰ ਕਿਸਾਨ ਨੂੰ ਉਹ ਸ਼ਾਇਦ 20 ਕਰੋੜ ਹੋਣਗੇ, 20 ਕਰੋੜ ਕਿਸਾਨਾਂ ਨੂੰ ਉਹਦੀ ਫਸਲ ਦਾ ਪੈਸਾ ਸਿੱਧਾ ਉਹਦੇ ਬੈਂਕ ਅਕਾਊਂਟ 'ਚ ਜਾ ਰਿਹਾ। ਅੱਗੇ ਕੀ ਹੁੰਦਾ ਸੀ, 4 ਥਾਵਾਂ ਤੋਂ ਪੈਸਾ ਘੁੰਮ ਕੇ ਉਹਦੇ ਕੋਲ ਪਹੁੰਚਦਾ ਸੀ, ਉਹਦੀ ਤੇ ਫਸਲ ਦੇ ਪੈਸੇ ਅੱਧੇ ਵੀ ਨਹੀਂ ਤੇ ਪਹੁੰਚਦੇ। ਅੱਜ 40% ਰੇਟ ਅਸੀਂ MSP 40% ਪਿਛਲੇ 8 ਸਾਲਾਂ 'ਚ, ਯਾਨੀ ਅੰਦਾਜ਼ਾ 6% ਹਰ ਸਾਲ 'ਚ ਗਰੋਥ ਦਿੱਤੀ ਕਿ ਕਿਸਾਨ ਵੀ ਭੁੱਖਾ ਨਾ ਰਹੇ ਔਰ ਮਹਿੰਗਾਈ ਵੀ ਨਾ ਹੋਵੇ। ਅੱਜ ਹਿੰਦੁਸਤਾਨ ਪਲਸਿਸ ਪੈਦਾ ਕਰ ਰਿਹਾ, ਹਿੰਦੁਸਤਾਨ ਡਰੈਗਨ ਫਰੂਟ ਪੈਦਾ ਕਰ ਰਿਹਾ। ਅੱਜ ਹਿੰਦੁਸਤਾਨ ਦਾ ਕਿਸਾਨ ਇੱਕ ਇੰਟਰਨੈਸ਼ਨਲ ਗਰੋਇੰਗ ਕਿਸਾਨ ਵਾਂਗੂ ਅੱਗੇ ਵਧ ਰਿਹਾ। ਸਰਕਾਰ ਦੀ ਮਨਸ਼ਾ ਸਪਸ਼ਟ ਹੈ, ਅਸੀਂ ਕਿਸਾਨ ਦੀ ਆਮਦਨ 2 ਗੁਣਾ ਕਰਨਾ ਚਾਹੁੰਦੇ, ਔਰ ਪ੍ਰਧਾਨ ਮੰਤਰੀ ਨੇ ਸਹੁੰ ਚੁੱਕੀ ਹੈ। ਹਿੰਦੁਸਤਾਨ ਦੀ ਪਾਰਲੀਮੈਂਟ 'ਚ ਖੜੇ ਹੋ ਕੇ ਸੰਕਲਪ ਲਿੱਤਾ ਕਿ ਕਿਸਾਨ ਦੀ ਆਮਦਨ ਨੂੰ ਮੈਂ 2 ਗੁਣਾ ਕਰਾਂਗਾ, ਹਿੰਦੁਸਤਾਨ 'ਚ ਹਰ ਵਿਅਕਤੀ ਨੂੰ ਮਕਾਨ ਦੇਵਾਂਗਾ। ਅਗਰ ਮੈਂ ਮਕਾਨਾਂ ਦੀ ਗਿਣਤੀ ਕਰਾਂ, ਲੱਖਾਂ 'ਚ 200 ਲੱਖ ਮਕਾਨ ਪੰਜੇ ਹਿੰਦੁਸਤਾਨ 'ਚ ਆਇਆ ਜਿਹੜਾ ਪ੍ਰਧਾਨ ਮੰਤਰੀ ਬਣਾ ਕੇ ਦੇ, ਔਰ ਉਹਨਾਂ ਦੀ ਪਲੈਨਿੰਗ ਹੈ ਹਰ ਆਦਮੀ ਨੂੰ ਮਕਾਨ ਦੇਣਾ, ਹਰ ਆਦਮੀ ਨੂੰ ਮਕਾਨ ਦੇਣਾ। ਕੋਈ ਘਰ ਛੱਤ ਤੋਂ ਬਿਨਾਂ ਕੋਈ ਬੰਦਾ ਨਾ ਰਹਿ ਜਾਏ, ਕੋਈ ਪਰਿਵਾਰ ਨਾ ਰਹੇ। ਤੁਹਾਡੇ ਲਫ਼ਜ਼ਾਂ ਦਾ ਜੋ ਸੱਚਾਈ ਹੈ ਉਹ ਤਾਂ ਵੋਟਾਂ ਵਿੱਚ ਆਉਂਦੀ ਹੈ, ਵੋਟ ਹੀ ਤੈਅ ਕਰਦੇ ਨੇ ਹਮੇਸ਼ਾ। ਪੰਜਾਬ ਵਿੱਚ ਅਸੀਂ ਜ਼ਰੂਰ ਮੰਨਦੇ ਹਾਂ ਥੋੜ੍ਹੀ ਜਿਹੀ ਵਿਸ਼ਵਾਸ ਦੀ ਕਮੀ ਹੈਗੀ ਹੈ। ਐਸਾ ਹੈ ਕਿ ਵਿਸ਼ਵਾਸ ਦੀ ਕਮੀ ਦਾ ਕਾਰਨ ਹੈ ਦੁਸ਼ਪ੍ਰਚਾਰ। ਅੱਜ ਲੋਕਾਂ ਨੂੰ ਲੱਗ ਰਿਹਾ ਕਿ ਪੰਜਾਬ ਦੇ ਭਵਿੱਖ ਨੂੰ ਕੋਈ ਅੱਗੇ ਲੈ ਜਾ ਸਕਦਾ ਤੇ ਭਾਰਤੀ ਜਨਤਾ ਪਾਰਟੀ ਲੈ ਜਾ ਸਕਦੀ। ਮੈਨੂੰ ਦੱਸੋ, ਸਾਡਾ ਸਭ ਨਾਲੋਂ ਵੱਡਾ ਸੰਤਾਪ ਹੈ ਤੁਸੀਂ ਸ਼ੁਰੂਆਤ 84 ਤੋਂ ਕੀਤੀ। 1984 ਹੋਇਆ, ਕਿਹੜਾ ਬੰਦਾ ਸੀ ਜਿਹਨੇ ਦਿੱਲੀ ਦੇ ਅੰਦਰ ਉਹਦੀ ਆਵਾਜ਼ ਉਠਾਈ? ਇੱਕ ਆਦਮੀ ਸੀ ਜਿਹੜਾ ਨਾਂ ਸੀ ਅਟਲ ਬਿਹਾਰੀ ਵਾਜਪਾਈ। ਲਿਸਟ ਕਿੰਨੇ ਬਣਾਈ? ਕਾਇਲਾਂ ਦੀ, ਮਰਿਆਂ ਦੀ, ਮਿਸਿੰਗ ਦੀ। ਸਦਨ 'ਚ ਕਿੰਨੇ ਪੇਸ਼ ਕੀਤੀ? ਪਾਰਲੀਮੈਂਟ 'ਚੋਂ ਰਿਕਾਰਡ ਕਢਾ ਕੇ ਦੇਖ ਲਓ। ਓਨਲੀ 1 ਮੈਨ ਅਟਲ ਬਿਹਾਰੀ ਵਾਜਪਾਈ, ਭਾਰਤੀ ਜਨਤਾ ਪਾਰਟੀ ਖੜੇ ਹੋ ਕੇ ਬੋਲੇ ਉੱਥੇ ਕਿ ਇਹ ਬੰਦੇ ਤੁਸੀਂ ਮਾਰਤੇ, ਔਰ ਤੋਂ ਕਮਿਸ਼ਨ ਬਣਿਆ। ਅਟਲ ਬਿਹਾਰੀ ਵਾਜਪਾਈ ਫਿਜ਼ੀਕਲੀ ਸੜਕ ਤੇ ਆ ਕੇ ਲੜੇ ਜਿਹੜੇ ਲੋਕ ਸਿੱਖਾਂ ਨੂੰ ਮਾਰ ਰਹੇ ਸੀ। ਇਤਿਹਾਸ ਹੈ, ਮੈਂ ਕੋਈ ਗਲਤ ਨਹੀਂ ਕਹਿ ਰਿਹਾ। ਸਦਨ ਦੀ ਕਾਰਵਾਈ ਕੱਢ ਕੇ ਦੇਖ ਲਓ, ਪਾਰਲੀਮੈਂਟ ਦਾ ਰਿਕਾਰਡ ਕੱਢ ਕੇ ਦੇਖ ਲਓ। ਔਰ ਦੂਜੇ ਪਾਸੇ ਕਾਂਗਰਸ ਕੀ ਕਹਿ ਰਹੀ ਸੀ? ਰਾਜੀਵ ਗਾਂਧੀ ਜੀ ਰਾਮਲੀਲਾ ਮੈਦਾਨ 'ਚ ਸੇਮ ਟਾਈਮ ਤੇ ਜਦੋਂ ਅਟਲ ਬਿਹਾਰੀ ਵਾਜਪਾਈ ਸਦਨ 'ਚ ਬੋਲ ਰਹੇ ਸੀ, ਉਹ ਉੱਥੇ ਬੋਲ ਰਹੇ ਸੀ ਕਿ ਇੱਕ ਬੜਾ ਪੇੜ ਗਿਰਤਾ ਤਾਂ ਧਰਤੀ ਹਿਲਤੀ ਹੈ, ਯਾਨੀ ਸਿੱਖਾਂ ਦਾ ਕਤਲ ਠੀਕ ਹੈ। ਮੈਨੂੰ ਦੱਸੋ HKL ਭਗਤ ਨੂੰ ਕਿੰਨੇ ਬਚਾਇਆ? ਸੱਜਣ ਕੁਮਾਰ ਨੂੰ ਕਿੰਨੇ ਬਚਾਇਆ? ਕਮਲਨਾਥ ਨੂੰ ਕਿੰਨੇ ਬਚਾਇਆ? ਜਗਦੀਸ਼ ਟਾਈਟਲ ਨੂੰ ਕਿੰਨੇ ਬਚਾਇਆ? ਸਿੱਖ ਕਤਲੋ ਗਾਰਤ ਦੀਆਂ ਫਾਈਲਾਂ, ਜਿਨ੍ਹਾਂ ਨੇ ਗੁਰਦੁਆਰੇ ਸਾੜੇ, ਜਿਨ੍ਹਾਂ ਨੇ ਜ਼ਿੰਦਾ ਸਿੱਖਾਂ ਦੇ ਗਲਿਆਂ 'ਚ ਟਾਇਰ ਪਾਤੇ। 30 ਸਾਲ 2 ਕੋਟ ਨਹੀਂ ਹੋਈਆਂ।
सफदरजंग थाने तो सफदरजंग कोर्ट च पहुंचने 30 साल लग गए, नहीं पहुंचियां। 2014 च प्रधानमंत्री मोदी आए, उन्होंने कमीशन बनाया। आज सज्जन कुमार जेल च है, किहदे कारण है? क्योंकि नरेंद्र मोदी जी ने कमीशन बनाया। 2014 च 1984 ਦੇ ਸਿੱਖ ਕਤਲੋ ਗਾਰਤ ਦੀਆਂ ਲੋਕਾਂ ਨੂੰ ਗਰੰਟਾਂ ਮੋਦੀ ਜੀ ਨੇ ਦਿੱਤੀਆਂ 14 ਚ ਆ ਕੇ। ਔਰ ਤੁਸੀਂ ਅੱਜ ਮੈਂ ਪੁੱਛਣਾ ਚਾਹਨਾ, ਸੱਜਣ ਕੁਮਾਰ ਜੇਲ੍ਹ ਚ ਹੈ, ਕਿਸ ਕਤਲ ਚ ਜੇਲ੍ਹ ਚ ਹੈ? ਸਿੱਖ ਕਤਲੋ ਗਾਰਤ ਚ। ਅੱਜ ਵੀ ਉਹ ਕਾਂਗਰਸ ਪਾਰਟੀ ਦਾ ਮੈਂਬਰ ਹੈ। ਅੱਜ ਜਗਦੀਸ਼ ਟਰੈਕਟਰ ਦੀ ਵੀਡੀਓ ਹੈ, ਤੁਸੀਂ ਦੇਖ ਲਓ, ਸੁਣ ਲਓ। ਮੈਂ ਇੰਨੇ ਸਰਦਾਰ ਮਾਰਤੇ, ਮੇਰਾ ਕੀ ਹੋ ਗਿਆ। ਉਹ ਅੱਜ ਵੀ ਕਾਂਗਰਸ ਕਮੇਟੀ ਦਾ ਮੈਂਬਰ ਹੈ। ਕਮਲਨਾਥ ਬਿਆਨ ਦਰਜ ਹੈ, ਗੁਰਦੁਆਰਾ ਐਡਾ ਇਤਿਹਾਸਕ ਗੁਰਦੁਆਰਾ ਦਿੱਲੀ ਦਾ, ਅਦਾਲਤ 'ਚ ਬਿਆਨ ਦਿੱਤਾ, ਫੋਟੋਗ੍ਰਾਫਰ ਨੇ ਬਿਆਨ ਦਿੱਤਾ ਕਿ ਮੈਂ ਫੋਟੋ ਖਿੱਚ ਰਿਹਾ ਸੀ, ਮੈਂ ਜਰਨਲਿਸਟ ਸੀ, ਤੇ ਉਹ ਸਪੀਡ ਜਿਹੜੀ ਗੁਰਦੁਆਰੇ ਨੂੰ ਸਾੜ ਰਹੀ ਸੀ, ਉਹਨੂੰ ਲੀਡ ਕਮਲਨਾਥ ਕਰ ਰਿਹਾ ਸੀ। ਉਹਨੂੰ ਚੀਫ ਮਿਨਿਸਟਰ ਬਣਾ ਦਿੱਤਾ। ਸੱਜਣ ਕੁਮਾਰ ਕਾਰਪੋਰੇਸ਼ਨ ਲੈਵਲ ਦਾ ਆਦਮੀ ਸੀ, ਉਹਨੂੰ ਐਮਪੀ ਬਣਾ ਦਿੱਤਾ। ਟਾਈਟਲਰ ਨੂੰ, ਸਤੀਸ਼ ਕੁਮਾਰ ਨੂੰ ਕਿੰਨੂੰ ਨਹੀਂ ਮਿਨਿਸਟਰ ਬਣਾਇਆ। ਕੌਣ ਹੈ ਸਿੱਖ ਵਿਰੋਧੀ? ਸਿੱਖਾਂ ਸੇ ਲੜਨ ਵਾਸਤੇ ਕਿ ਸਿੱਖਾਂ ਨੂੰ ਮਾਰਨ ਵਾਲੇ? ਮੈਂ ਪੁੱਛਣਾ ਚਾਹੁੰਦਾ, ਕਦੋਂ ਕਾਲੀਆਂ ਸੂਚੀਆਂ ਕਾਂਗਰਸ ਦੇ ਰਾਜ 'ਚ ਬਣੀਆਂ, ਕਿੰਨੇ ਤੋੜੀਆਂ? ਮੋਦੀ ਸਾਹਿਬ ਨੇ। ਸ਼੍ਰੀ ਹਰਿਮੰਦਰ ਸਾਹਿਬ ਨੂੰ FCRA ਤੋਂ ਪੈਸਾ, FCRA ਦੀ ਕਲੀਅਰੈਂਸ ਹੀ ਨਹੀਂ ਦਿੱਤੀ 30 ਸਾਲ। ਪ੍ਰੋਫੈਸਰ ਦਵਿੰਦਰਪਾਲ ਭੁੱਲਰ ਨੂੰ ਕਿਉਂ ਨਹੀਂ ਛੱਡਿਆ ਜਾਂਦਾ? ਦੇਖੋ ਅੰਡਰ ਪ੍ਰੋਸੈਸ ਹੈ ਚੀਜ਼ਾਂ, ਪਰ ਹਰ ਸਾਲ ਉਹਨਾਂ ਦਾ ਰਿਵਿਊ ਕਿਉਂ? ਦੇਖੋ ਗੱਲ ਨੂੰ, ਮੇਰੀ ਗੱਲ ਸੁਣੋ। ਇਹਦੇ ਵੱਲ ਕਦਮ ਕੌਣ ਚੱਲ ਰਿਹਾ, ਅੱਗੇ ਕੌਣ ਵੱਧ ਰਿਹਾ? ਮੈਨੂੰ ਦੱਸੋ। ਕਰਤਾਰਪੁਰ ਕੋਰੀਡੋਰ, ਹੋ ਸਕਦਾ ਮੈਂ 5-10 ਸਾਲ ਤੁਹਾਡੇ ਤੋਂ ਵੱਡਾ ਹੋਵਾਂ, ਅਸੀਂ ਛੋਟੇ ਹੁੰਦੇ ਗੁਰਦੁਆਰੇ ਜਾਂਦੇ ਸਾਂ, ਅਰਦਾਸ 'ਚ ਖੜੇ ਹੋਣਾ, ਜਦੋਂ ਕੋਈ ਸਮਝ ਨਹੀਂ ਸੀ ਹੁੰਦੀ, ਸਿਰਫ ਇਸ ਕਾਰਨ ਗੁਰਦੁਆਰੇ ਜਾਣਾ ਮਾਂ ਬਾਪ ਦੇ ਨਾਲ ਕਿ ਚਲੋ ਪ੍ਰਸ਼ਾਦ ਮਿਲੇਗਾ। ਉਦੋਂ ਵੀ ਅਰਦਾਸ ਕਰਨੀ, ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਦੀ ਅਰਦਾਸ। ਗੁਰੂ ਸਾਹਿਬ ਨੇ ਮੋਦੀ ਸਾਹਿਬ ਕੋਲੋਂ ਦੀਦਾਰ ਪੂਰੀ ਕਰਾਈ, ਰਸਤਾ ਖੁਲਵਾਇਆ ਕਰਤਾਰਪੁਰ ਕੋਰੀਡੋਰ ਦਾ। ਕਿੰਨੇ ਖੋਲਿਆ? ਨਰਿੰਦਰ ਮੋਦੀ ਜੀ ਨੇ। ਅੱਜ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਵਸ ਮਨਾਉਣਾ ਹੈ, ਲਾਲ ਕਿਲੇ ਤੇ ਕੌਣ ਡਿਸੀਜਨ ਲੈਂਦਾ? ਪ੍ਰਾਈਮ ਮਿਨਿਸਟਰ ਖੁਦ ਆ ਕੇ। ਉਹ ਲਾਲ ਕਿਲਾ ਜਿੱਥੇ ਸ਼ਹਾਦਤ ਹੋਈ, ਜਿੱਥੇ ਆਰਡਰ ਜਾਰੀ ਹੋਇਆ, ਇਤਿਹਾਸਕ ਰੋਡ ਬਣੇ, ਗੁਰਦੁਆਰਾ ਸਰਕਲ ਬਣੇ, ਪੰਜਾਬ ਦੇ ਵਿੱਚ ਇਤਿਹਾਸਕ ਬਿਲਡਿੰਗਾਂ ਬਣਨ, ਜਿਨ੍ਹਾਂ ਤੇ ਚਾਹੇ ਉਹ ਬੰਦਾ ਬਹਾਦਰ ਦੀ ਹੈ ਜਾਂ ਸਿੱਖ ਇਤਿਹਾਸ ਦੀ ਹੈ ਜਾਂ ਸਾਡੇ ਸ਼ੌਰੇ ਦੀਆਂ ਬਿਲਡਿੰਗਾਂ ਨੇ, ਚੱਪੜ ਚੜੀ ਹੈ। ਕਿੰਨੇ ਪੈਸਾ ਭੇਜਿਆ? ਹਰਿਮੰਦਰ ਸਾਹਿਬ ਦੇ ਆਸ-ਪਾਸ ਦਾ ਕੋਰੀਡੋਰ ਬਣਿਆ, ਮੈਂ ਉੱਥੋਂ ਦਾ ਰਹਿਣ ਵਾਲਾ, ਕਿੰਨੇ ਪੈਸਾ ਭੇਜਿਆ? ਸਿਰਫ ਵਿਸ਼ਵਪਰਾ ਪ੍ਰਚਾਰ ਕਰੀ ਜਾਣਾ ਔਰ ਝੂਠ ਬੋਲੀ ਜਾਣਾ। ਮੈਂ ਬੀਬਾ ਜੀ ਗੁਰੂ ਘਰ ਨੂੰ ਮੰਨਣ ਵਾਲਾ ਆਦਮੀ, ਮੇਰੀ ਜ਼ਿੰਦਗੀ 'ਚ ਗੁਰੂ ਦਾ ਬਹੁਤ ਵੱਡਾ ਸਥਾਨ ਹੈ, ਗੁਰੂਆਂ ਦਾ ਬਹੁਤ ਵੱਡਾ ਸਥਾਨ ਹੈ। ਸ਼ਾਇਦ ਮੈਂ ਗੁਰੂਪੁਰ ਵਾਲੇ ਦਿਨ ਗੁਰਦੁਆਰੇ ਜਾਣਾ ਰਹਿ ਗਿਆ ਹੋਵਾਂ, ਤੁਸੀਂ ਰਹਿ ਗਏ ਹੋਵੋਗੇ, ਸੰਗਰਾਂਦ ਰਹਿ ਗਏ ਹੋਵਾਂਗੇ, ਕਿਤੇ ਨਾ ਕਿਤੇ ਬਾਹਰ ਅੰਦਰ ਜਾਈਦਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ 8 ਸਾਲ 'ਚ ਇੱਕ ਦਿਨ ਨਹੀਂ ਗਾ ਕਿ ਉਹ ਗੁਰਦੁਆਰਾ ਗੁਰੂਪੁਰਬ ਹੋਵੇ ਔਰ ਗੁਰਦੁਆਰੇ ਨਾ ਗਏ ਹੋ। ਔਰ ਕਮਿਟਮੈਂਟ ਹੈ ਯਾਰ। ਆਪਾਂ ਕਿੰਨਾ ਕੁ ਪਰਖਾਂਗੇ, ਕਿੰਨਾ ਕੁ ਪਰਖਾਂਗੇ? ਮੈਨੂੰ ਦੱਸੋ, ਸਰਜੀਕਲ ਆਪਣਾ ਪੰਜਾਬ ਦੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਤੁਸੀਂ ਵਿਸ਼ੇ ਉਠਾਇਆ। ਕਾਂਗਰਸ 5 ਸਾਲ ਰਹਿ ਗਈ, ਕੁਛ ਹੋਇਆ? ਅੱਜ 80 ਦਿਨ ਹੋ ਗਏ ਇਹਨਾਂ ਨੂੰ, ਕੁਛ ਕੀਤਾ? ਕਮੇਟੀਆਂ ਪਹਿਲਾਂ ਹੀ ਬਣੀਆਂ। ਸਾਡਾ ਸਟੈਂਡ ਕੀ ਸੀ, ਬੀਜੇਪੀ ਦਾ ਸਟੈਂਡ ਕੀ ਸੀ 2015 'ਚ? ਮੈਂ ਰਿਪੀਟ ਕਰ ਰਿਹਾ, ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਹੋਵੇਗਾ। ਸਟੈਂਡ ਸੀ ਕਿ ਐਰ ਤੇ ਨੋਰਮਲ FIR ਰਜਿਸਟਰਡ ਨਾ ਕਰੋ, ਕਤਲ ਦੀ FIR ਰਜਿਸਟਰਡ ਕਰੋ, ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਸੇ ਜ਼ਿੰਦਾ ਭਗਵਾਨ ਹੈ, ਉਹਨਾਂ ਦੇ ਅੰਗ ਭੰਗ ਹੋਏ ਹੈ ਔਰ ਇਹਦੀ ਸਜ਼ਾ ਕਤਲ ਦੀ ਸਜ਼ਾ ਦਿਓ। ਸਿਰਫ ਇੱਕੋ ਪੋਲੀਟੀਕਲ ਪਾਰਟੀ ਦਾ ਸਟੈਂਡ ਹੈ, ਬੀਜੇਪੀ ਦਾ। ਕੱਢ ਕੇ ਦੇਖ ਲਓ, 2015 ਦੇ ਅਖਬਾਰ, ਆਪਣਾ ਅਖਬਾਰ ਕੱਢ ਕੇ ਦੇਖ ਲਓ। ਕੋਈ ਬੋਲਿਆ? ਔਰ ਤੇ ਪੋਲਿਟਿਕਸ ਕੀਤੀ। ਅਸੀਂ ਪੋਲਿਟਿਕਸ ਨਹੀਂ ਕਰ ਸਕਦੇ। ਸਾਡੇ ਅਸੇ ਪੰਜਾਬ ਪਹਿਲੇ ਹੈ, ਪੰਜਾਬ ਨੂੰ ਬਚਾਉਣਾ ਪਹਿਲੇ ਹੈ। ਸਾਡੀ ਪਾਰਟੀ ਛੋਟੀ ਵੱਡੀ ਚੱਲ ਸਕਦੀ ਹੈ, ਲੇਕਿਨ ਪੰਜਾਬ ਨੂੰ ਖਰਾਬ ਕਰਕੇ ਅਸੀਂ ਅੱਗੇ ਆਈਏ ਨਹੀਂ। ਅਸੀਂ ਪੰਜਾਬ ਵੀ ਬਚਾਵਾਂਗੇ, ਪੰਜਾਬ ਨੂੰ ਅੱਗੇ ਵੀ ਲੈ ਕੇ ਆਵਾਂਗੇ ਔਰ ਭਾਰਤੀ ਜਨਤਾ ਪਾਰਟੀ ਨੂੰ, ਜਿਹੜੀ ਅੱਜ ਪੰਜਾਬ ਦੇ ਭਵਿੱਖ ਦੀ ਪਾਰਟੀ, ਹੌਲੇ ਹੌਲੇ ਲੋਕਾਂ ਦਾ ਵਿਸ਼ਵਾਸ ਜਿੱਤੋਗੇ। ਨਹੀਂ, ਹੌਲੇ ਹੌਲੇ ਨਹੀਂ, ਹੁਣ ਤਾਂ ਬੜੀ ਤੇਜ਼ੀ ਨਾਲ ਜਿੱਤ ਰਹੇ ਆ। ਤੁਹਾਨੂੰ ਪਰਿਵਰਤਨ ਦਿਸ ਰਿਹਾ, ਗਰਾਊਂਡ ਤੇ ਪਰਿਵਰਤਨ ਦਿਸ ਰਿਹਾ। ਲੋਕਾਂ ਨੂੰ ਸਮਝ ਆ ਗਿਆ ਕਿ ਅਗਰ ਪੰਜਾਬ ਨੂੰ ਅੱਗੇ ਲਿਜਾਣਾ, ਇਸ ਕਰਜ਼ੇ ਚੋਂ ਕੱਢਣਾ, ਡਬਲ ਇੰਜਨ ਦੀ ਸਰਕਾਰ ਚਾਹੀਦੀ ਹੈ ਔਰ ਨਰਿੰਦਰ ਮੋਦੀ ਜੀ ਵਰਗਾ ਨੇਤਾ ਚਾਹੀਦਾ, ਜਿਹੜਾ ਗਟਸ ਦੇ ਨਾਲ ਪੰਜਾਬ ਦੇ ਮੁੱਦਿਆਂ ਨੂੰ ਹੱਲ ਵੀ ਕਰੇ, ਪੰਜਾਬ ਨੂੰ ਆਰਥਿਕ ਤੌਰ ਤੇ ਵੀ ਖੜਾ ਕਰੇ, ਸਮਾਜਿਕ ਤੌਰ ਤੇ ਪੰਜਾਬ ਪਹਿਲੇ ਹੀ ਸਮਰਿੱਧ ਹੈ, ਉਹਨੂੰ ਸੰਰਕਸ਼ਣ ਦੀ ਲੋੜ ਹੈ। ਅੱਜ ਗੁਰੂਆਂ ਦੀ, ਪੀਰਾਂ ਦੀ, ਪੈਗੰਬਰਾਂ ਦੀ ਧਰਤੀ ਹੈ।
ਜਿੱਥੇ 10 ਗੁਰੂਆਂ ਦੀ ਛੋਹ ਪ੍ਰਾਪਤ ਹੈ, ਜਿੱਥੇ ਵੇਦ ਵਿਆਸ ਜੀ ਨੇ ਵੇਦ ਲਿਖੇ, ਤੇ ਅਸੀਂ ਐਜੂਕੇਸ਼ਨ ਪਾਲਿਸੀ ਪੁੱਛਣਾ ਸੇ ਕੇਜਰੀਵਾਲ ਸਾਹਿਬ ਕੋਲ ਚੱਲੇ। ਦੱਸੋ ਕਿਆ ਖੌਫ ਖਾਈਏ। 36 ਡਿਪਾਰਟਮੈਂਟ ਕੇਜਰੀਵਾਲ ਸਾਹਿਬ MOU ਕਰਤਾ। ਸਾਡੇ ਕੋਲ ਇਸ ਧਰਤੀ ਦੇ ਜਿੰਨੇ ਇੰਨੇ ਫਕੀਰ ਪੈਦਾ ਕੀਤੇ, ਇੰਨੇ ਪੈਗੰਬਰ ਪੈਦਾ ਕੀਤੇ, ਇੰਨੇ ਗੁਰੂ ਪੈਦਾ ਕੀਤੇ, ਉਸ ਧਰਤੀ ਦੇ ਉੱਤੇ ਸਾਡੇ ਕੋਲ ਐਜੂਕੇਸ਼ਨਿਸਟ ਨਹੀਂ। ਜਿਹੜੇ ਡਾਕਟਰ ਅਸੀਂ ਦੁਨੀਆ ਨੂੰ ਅਸੀਂ ਦਿੱਤੇ, ਤੇ ਅੱਜ ਮੈਡੀਕਲ ਦੀ ਮਹੱਲਾ ਕਲੀਨਿਕ ਖੋਲ੍ਹਣ ਤੇ ਡਿਸਪੈਂਸਰੀ ਚੋਂ ਡਿਸਪਲਿਨ ਦੀ ਗੋਲੀ ਦੇਣਾ ਤੇ ਅਸੀਂ ਪਾਲਿਸੀ ਅਸੀਂ MOU ਸਾਈਨ ਕਰਤਾ। ਦਿੱਲੀ ਦੀ ਸਰਕਾਰ ਨਾਲ, ਪੰਜਾਬ ਦੀ ਪੱਗ ਨਾਲ ਧੋਖਾ ਨਹੀਂ, ਪੰਜਾਬ ਦੇ ਸਵਿਮਾਨ ਨਾਲ ਧੋਖਾ ਨਹੀਂ, ਪੰਜਾਬ ਦੇ ਕੈਲੀਬਰ ਨੂੰ ਅਸੀਂ ਡਿਸਟਰੋਏ ਨਹੀਂ ਕਰ ਰਹੇ। ਪ੍ਰਸ਼ਨਾਂ ਦਾ ਉੱਤਰ ਤੇ ਦੇਣਾ ਪਏਗਾ। ਉਂਗਲ ਕਰੀਏ ਤੇ 3 ਆਪਣੇ ਵੱਲ ਵੀ ਹੁੰਦੀਆਂ, ਜਵਾਬ ਦੇਣਾ ਪਏਗਾ ਕਿ ਮੈਨੂੰ ਦੱਸੋ ਨਾ, ਐਸੀ ਕੜੀ ਪਾਲਿਸੀ ਹੈ ਜਿਹੜੀ ਕੇਜਰੀਵਾਲ ਸਾਹਿਬ ਨੇ ਲਾਗੂ ਕਰਨੀ ਪੰਜਾਬ 'ਚ। ਉਹ ਤਾਂ ਸਮਝ ਆ ਗਈ ਕਿ ਜਦੋਂ ਜੈਨ ਨੂੰ ਸਸਪੈਂਡ ਕੀਤਾ, ਸਿੰਗਲੇ ਨੂੰ ਸਸਪੈਂਡ ਕੀਤਾ, ਤੇ ਜੈਨ ਠੀਕ ਰੱਖ ਲਿਆ। ਸਮਝ ਆ ਗਈ ਕਿ ਤੁਸੀਂ ਕੀ ਕਰਨਾ ਚਾਹ ਰਹੇ ਹੋ, ਥਾਮੂ ਬਣ ਗਏ ਹੋ। ਲੇਕਿਨ ਪੰਜਾਬ ਦਾ ਭਲਾ ਕਰ ਲਈਏ ਯਾਰਾ, ਤੁਹਾਡੇ ਕੋਲ ਰੇਤ ਦੀ ਪਾਲਿਸੀ ਨਹੀਂ ਹੈ ਇਸ ਦਿਨਾਂ 'ਚ। ਮੈਂ ਕਿਹਾ ਪੰਜਾਬ ਦਾ ਭਲਾ ਕਰ ਰਹੀ ਹੈ। ਇਹ ਲਾਈਨ ਸਭ ਤੋਂ ਜੱਚਦੀ ਹੈ ਜਿੱਥੇ ਅਸੀਂ ਆਪਣੀ ਅੱਜ ਦੀ ਗੱਲਬਾਤ ਖਤਮ ਕਰੀਏ। ਐਂਡ ਤੁਹਾਡੇ ਨਾਲ ਇੰਨੀਆਂ ਗੱਲਾਂ ਕੀਤੀਆਂ ਹੈਗੀਆਂ, ਸਮਾਂ ਬਹੁਤ ਲੰਬਾ ਹੋ ਗਿਆ। ਫੂਡ ਫॉर ਥਾਟ ਹਮੇਸ਼ਾ ਚਾਹੀਦਾ ਹੁੰਦਾ, ਤੇ ਸੁਣ ਕੇ ਸ਼ਾਇਦ ਉਹ ਵਿਸ਼ਵਾਸ ਸਾਨੂੰ ਵੀ ਪੈਦਾ ਕਰਨ ਨੂੰ ਟਾਈਮ ਲੱਗੇਗਾ, ਬਟ ਅੱਜ ਨਹੀਂ, ਵਿਸ਼ਵਾਸ ਸ਼ੁਰੂ ਹੋ ਗਿਆ। ਪੰਜਾਬ ਦੀ ਜਨਤਾ ਨੂੰ ਸਮਝ ਹੈ, ਪੰਜਾਬ ਦੀ ਜਨਤਾ ਬਹੁਤ ਸਿਆਣੀ ਹੈ। ਬੜੀ ਜਲਦੀ ਹੀ ਆਮ ਆਦਮੀ ਪਾਰਟੀ ਦਾ ਭੁਲੇਖਾ ਲੱਥ ਗਿਆ। ਹੁਣ ਪੰਜਾਬ ਨੂੰ ਆਉਣ ਵਾਲੀ ਭਵਿੱਖ ਦੀ ਪਾਰਟੀ ਸਮਝ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸੋਚ ਹੀ ਪੰਜਾਬ ਨੂੰ ਅੱਗੇ ਲੈ ਕੇ ਜਾ ਸਕਦੀ ਹੈ, ਕਿਉਂਕਿ ਇਹ ਸਕਾਰਾਤਮਕ ਸੋਚ ਹੈ, ਸੱਚ ਦੀ ਸੋਚ ਹੈ। ਔਰ ਸੱਚ ਦੀ ਸੋਚ ਨਾਲ ਤੁਸੀਂ ਅੱਗੇ ਵੱਧ ਸਕਦੇ ਹੋ। ਝੂਠ ਬੋਲ ਕੇ ਤੇ ਕਿਸੇ ਨੂੰ ਵੀ ਗੁੰਮਰਾਹ ਕਰ ਸਕਦੇ, ਲੇਕਿਨ ਘੰਟਿਆਂ ਵਾਸਤੇ, ਦਿਨਾਂ ਵਾਸਤੇ, ਸਦਾ ਵਾਸਤੇ ਨਹੀਂ। ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ, ਤੇ ਉਮੀਦ ਕਰਦੇ ਹਾਂ ਕਿ ਜਿਹੜੇ ਤੁਸੀਂ ਲਫ਼ਜ਼ ਕੇ ਪੰਜਾਬ ਦੇ ਪਾਣੀਆਂ ਵਾਸਤੇ ਤੇ ਪੰਜਾਬ ਦੀ ਭਾਸ਼ਾ ਵਾਸਤੇ, ਮਾਂ ਬੋਲੀ ਵਾਸਤੇ, ਉਹ ਭਾਵੇਂ ਤੁਸੀਂ ਕਿਹੜੀ ਵੀ ਸਰਕਾਰ 'ਚ ਹੋਵੋ, ਭਾਵੇਂ ਉਹ ਡਬਲ ਇੰਜਨ ਹੋਵੇ ਜਾਂ ਸਿੰਗਲ ਇੰਜਨ ਹੋਵੇ, ਉਹ ਜ਼ਰੂਰ ਪੂਰੇ ਹੋਣ, ਕਿਉਂਕਿ ਜੋ ਅੱਜ ਧਰਤੀ ਦਾ ਹਾਲ ਹੈਗਾ ਉਹ ਦੇਖ ਕੇ ਸਭ ਜਨਤਾ ਹੈਗੀ ਹੈ। ਸੋ ਤੁਹਾਡੇ ਤੋਂ ਜ਼ਰੂਰ ਆਸ ਲਗਾ ਕੇ ਬੈਠਾਂਗੇ ਕਿ ਤੁਸੀਂ ਉਹਦਾ ਹੱਲ ਕੱਢੋਗੇ। ਤੇ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ।